ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 159 ਤੇ ਹੇਠੋਂ ਤੀਸਰੀ ਪੰਕਤੀ ਹੈ। ਗੌੜੀ ਗੁਆਰੇਰੀ ਮਹਿਲਾ ਤੀਜਾ। ਰਾਗ ਦਾ ਨਾਮ ਹੈ ਗੌੜੀ ਗੁਆਰੇਰੀ। ਮਹਿਲਾ ਤੀਜਾ ਦਾ ਮਤਲਬ ਤੀਸਰੇ ਪਾਤਸ਼ਾਹ ਦੀ ਬਾਣੀ ਹੈ, ਗੁਰੂ ਅਮਰਦਾਸ ਮਹਾਰਾਜ ਦੀ। ਗੁਰੂ ਅਮਰਦਾਸ ਮਹਾਰਾਜ ਫਰਮਾਨ ਕਰਦੇ ਨੇ, ਸੋ ਕਿਉ ਵਿਸਰੈ ਜਿਸਕੇ ਜੀ ਪ੍ਰਾਨਾ, ਸੋ ਕਿਉ ਵਿਸਰੈ ਸਭ ਮਾਹੇ ਸਮਾਨਾ, ਚਿਤ ਸੇਵਿਐ ਦਰਗਹ ਪਤ ਪਰਵਾਨਾ। ਕਹਿੰਦੇ ਸੋ ਕਿਉਂ ਵਿਸਰੈ ਜਿਸਕੇ ਜੀ ਪ੍ਰਾਨ। ਜੀ ਮੈਨੇ ਜਿੰਦ ਤੇ ਪ੍ਰਾਣ ਆ ਗਏ, ਪ੍ਰਾਣ ਦੇ ਪ੍ਰਾਣ ਨਿਕਲ ਗਏ, ਭਾਵ ਜਿੰਦ ਜਾਣ। ਜਿਸ ਨੇ ਸਾਨੂੰ ਜਿੰਦ ਜਾਣ ਦਿੱਤੀ ਹੈ, ਜਿੰਦ ਦਿੱਤੀ ਹੈ, ਪ੍ਰਾਣ ਦਿੱਤੇ ਨੇ, ਸੋ ਕਿਉਂ ਵਿਸਰੇ, ਉਹ ਨਹੀਂ ਵਿਸਰਨਾ ਚਾਹੀਦਾ। ਜਿਸ ਪਰਮਾਤਮਾ ਨੇ ਸਾਨੂੰ ਜਿੰਦ ਦਿੱਤੀ ਹੈ, ਸਾਨੂੰ ਪ੍ਰਾਣ ਦਿੱਤੇ ਨੇ, ਉਹ ਪਰਮਾਤਮਾ ਨਹੀਂ ਵਿਸਰਨਾ ਚਾਹੀਦਾ, ਨਹੀਂ ਭੁੱਲਣਾ ਚਾਹੀਦਾ। ਸੋ ਕਿਉ ਵਿਸਰੈ ਸਭ ਮਾਹੇ ਸਮਾਨਾ। ਉਹ ਪਰਮਾਤਮਾ ਜਿਹੜਾ ਸਾਰਿਆਂ ਦੇ ਵਿੱਚ ਸਮਾਇਆ ਹੋਇਆ ਹੈ, ਜੋ ਸਾਰਿਆਂ ਦੇ ਵਿੱਚ ਵਸਦਾ ਹੈ, ਉਹ ਨਹੀਂ ਵਿਸਰਨਾ ਚਾਹੀਦਾ, ਉਹ ਨਹੀਂ ਭੁੱਲਣਾ ਚਾਹੀਦਾ। ਜਿਤ ਸੇਵਿਐ ਦਰਗਹ ਪਤ ਪਰਵਾਨਾ। ਸੇਵਿਐ ਸਿਮਰਨ ਕਰਕੇ, ਜਿਸ ਦਾ ਸਿਮਰਨ ਕਰਕੇ ਪਰਮਾਤਮਾ ਦੀ ਦਰਗਾਹ 'ਚ ਪਤ ਮਨੇ ਇੱਜ਼ਤ, ਪਰਮਾਤਮਾ ਦੀ ਦਰਗਾਹ 'ਚ ਇੱਜ਼ਤ ਮਿਲਦੀ ਹੈ, ਪਰਵਾਨਾ, ਅਤੇ ਪਰਮਾਤਮਾ ਦੀ ਨਜ਼ਰਾਂ 'ਚ ਬੰਦਾ ਪ੍ਰਵਾਨ ਹੋ ਜਾਂਦਾ। ਦਰਗਾਹ 'ਚ ਇੱਜ਼ਤ ਮਿਲਦੀ ਹੈ, ਨਾਲੇ ਪ੍ਰਵਾਨਗੀ ਮਿਲਦੀ, ਵਿਆਹੋ ਜੀ, ਬੈਠੋ ਜੀ। ਸੋ ਇਸ ਲਈ ਕਹਿੰਦੇ ਪਰਮਾਤਮਾ ਦਾ ਸਿਮਰਨ ਕਰਦੇ ਰਹਿਣਾ ਚਾਹੀਦਾ, ਕਿਉਂਕਿ ਉਹਨੇ ਹੀ, ਜੇ ਉਹ ਜਿੰਦ ਹੀ ਨਾ ਸਾਨੂੰ ਦਿੰਦਾ ਤਾਂ ਫਿਰ ਅਸੀਂ ਕੁਛ ਵੀ ਨਹੀਂ ਸੀ ਕਰ ਸਕਦੇ। ਸੋ ਉਹਦਾ ਸਿਮਰਨ ਕਰਕੇ ਪਰਮਾਤਮਾ ਦੀ ਦਰਗਾਹ 'ਚ ਆਦਰ ਮਾਣ ਮਿਲਦਾ ਅਤੇ ਨਾਲੇ ਪ੍ਰਵਾਨਗੀ ਮਿਲਦੀ ਹੈ। ਹਰ ਕੇ ਨਾਮ ਵਿਟੋਂ ਬਲ ਜਾਊਂ, ਤੂੰ ਵਿਸਰੈ ਤਦ ਹੀ ਮਰ ਜਾਊਂ। ਰਹਾਓ। ਹਰ ਕੇ ਨਾਮ ਵਿਟੋਂ, ਵਿਟੋਂ ਹੁੰਦਾ ਤੂੰ, ਬਲ ਜਾਊਂ ਬਲਿਹਾਰ ਜਾਂਦਾ ਹਾਂ। ਹਰੀ ਦੇ ਨਾਮ ਤੋਂ ਮੈਂ ਬਲਿਹਾਰ ਜਾਂਦਾ ਹਾਂ। ਤੂੰ ਵਿਸਰੈ ਤਦ ਹੀ ਮਰ ਜਾਊਂ। ਹੇ ਪਰਮਾਤਮਾ, ਜਦੋਂ ਤੂੰ ਮੈਨੂੰ ਭੁੱਲਦਾ ਹੈ ਤਾਂ ਮੈਂ ਮਰ ਜਾਂਦਾ ਹਾਂ। ਭਾਵ ਮੈਨੂੰ ਐਂ ਲੱਗਦਾ ਜੇ ਮੇਰੀ ਮੌਤ ਹੋ ਗਈ ਹੋਵੇ। ਭਾਵ ਤੇਰਾ ਜਿਹੜਾ ਨਾਮ ਜਪਣਾ, ਇਹੀ ਅਸਲ 'ਚ ਮੇਰਾ ਜੀਵਨ ਹੈ। ਸੋ ਇਹ ਅਵਸਥਾ ਕਦੋਂ ਆਉਂਦੀ ਹੈ? ਜਦੋਂ ਅਸੀਂ ਨਾਮ ਜਪਦੇ ਰਹੇ, ਜਪਦੇ ਰਹੇ, ਜਪਦੇ ਰਹੇ, ਜਪਦੇ ਰਹੇ, ਅਖੀਰ 'ਤੇ ਸਾਡਾ ਪਰਮਾਤਮਾ ਨਾਲ ਇੰਨਾ ਪਿਆਰ ਪੈ ਜਾਏਗਾ ਕਿ ਅਸੀਂ ਪਰਮਾਤਮਾ ਤੋਂ ਬਿਨਾਂ ਰਹਿ ਹੀ ਨਹੀਂ ਸਕਾਂਗੇ। ਉਸ ਤੋਂ ਬਿਨਾਂ ਰਹਿ ਹੀ ਨਹੀਂ ਸਕਾਂਗੇ। ਜਿਵੇਂ ਮੱਛੀ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੀ। ਮੱਛੀ ਨੂੰ ਮਾਰਨ ਦੀ ਲੋੜ ਨਹੀਂ, ਉਹਨੂੰ ਪਾਣੀ 'ਚੋਂ ਬਾਹਰ ਕੱਢ ਕੇ ਰੱਖ ਦਿਓ, ਆਪੇ ਕੁਝ ਸਮੇਂ ਤੜਫ ਕੇ ਮਰ ਜਾਏਗੀ। ਇਸ ਤਰ੍ਹਾਂ ਜਦੋਂ ਮਨੁੱਖ ਦਾ ਪਿਆਰ ਪੈ ਜਾਂਦਾ ਪਰਮਾਤਮਾ ਦੇ ਨਾਲ, ਫਿਰ ਉਹ ਪਰਮਾਤਮਾ ਤੋਂ ਬਿਨਾਂ ਨਹੀਂ ਰਹਿ ਸਕਦਾ। ਉਹ ਹੈ ਤੂੰ ਵਿਸਰੈ ਤਦ ਹੀ ਮਰ ਜਾਊਂ। ਜਦ ਤੂੰ ਮੈਨੂੰ ਭੁੱਲਦਾ ਹੈ ਤਾਂ ਮੈਨੂੰ ਐਂ ਲੱਗਦਾ ਜੇ ਮੇਰੀ ਮੌਤ ਹੋ ਗਈ ਹੈ। ਰਹਾ। ਤਿੰਨ ਤੂੰ ਵਿਸਰੈ, ਕਹਿੰਦੇ ਤੂੰ ਉਹਨਾਂ ਨੂੰ ਭੁੱਲਦਾ ਹੈ ਜੇ ਤੁਧ ਆਪ ਭੁਲਾਏ। ਜੇ ਮੈਨੂੰ ਜਿਨ੍ਹਾਂ ਨੂੰ ਤੂੰ ਆਪ ਭੁਲਾ ਦਿੱਤਾ ਹੈ, ਉਹ ਤੈਨੂੰ ਭੁੱਲਦੇ ਨੇ। ਪਰਮਾਤਮਾ ਆਪ ਹੀ ਭੁਲਾ ਦਿੰਦਾ। ਉਹ ਕਿਵੇਂ ਭੁਲਾਉਂਦਾ ਹੈ? ਉਹ ਮਨੁੱਖ ਮਾਇਆ ਚਲਾਉਂਦਾ, ਸਾਰਾ ਧਿਆਨ ਉਹਦਾ ਮਾਇਆ ਨਾਲ ਪਿਆਰ ਹੋ ਜਾਂਦਾ ਹੈ, ਉਹ ਰੱਬ ਨੂੰ ਭੁੱਲ ਜਾਂਦਾ ਹੈ। ਕਿਉਂਕਿ ਦੋ ਨਾਲ ਤਾਂ ਪਿਆਰ ਹੋ ਹੀ ਨਹੀਂ ਸਕਦਾ। ਪਿਆਰ ਤਾਂ ਇੱਕੋ ਨਾਲ ਹੀ ਹੁੰਦਾ। ਦੋ ਜਿਹੜੇ ਬੱਚੇ ਮੈਂ ਦੇਖੇ ਪਿਆਰ ਕਰਦੇ ਨੇ, ਮੈਂ ਉਹਨਾਂ ਦੇ ਚਾਲ ਚੱਲਣ ਨੂੰ ਵੇਖਿਆ, ਬਹੁਤ ਉੱਚਾ ਹੁੰਦਾ ਉਹਨਾਂ ਦਾ ਚੱਲਣ।
ਉਹ ਹੋਰ ਕਿਸੇ ਵੇਲੇ ਖਿਆਲ ਹੀ ਨਹੀਂ ਲਿਆਉਂਦੇ। ਲੜਕਾ ਹੈ ਚਾਹੇ ਲੜਕੀ ਹੈ, ਹੁਣ ਕਿੰਨੇ ਸਾਲਾਂ ਤੋਂ ਅਰਦਾਸਾਂ ਕਰਾਉਣ ਹੁੰਦੇ ਨੇ। ਮੈਂ ਬੜੇ ਧਿਆਨ ਨਾਲ ਵੇਖਦਾ ਕਿ ਇਹਨਾਂ ਨੂੰ ਆਪਣੇ ਪਿਆਰੇ ਤੋਂ ਬਿਨਾਂ ਹੋਰ ਕੋਈ ਲੜਕਾ ਚੰਗਾ ਹੀ ਨਹੀਂ ਲੱਗਦਾ, ਅਤੇ ਉਸ ਨੂੰ ਜਿਸ ਲੜਕੀ ਨੂੰ ਪਿਆਰ ਕਰਦਾ ਉਸ ਲੜਕੀ ਤੋਂ ਬਿਨਾਂ ਹੋਰ ਭਾਵੇਂ ਕਿੰਨੀ ਸੋਹਣੀ ਹੈ ਕਿਉਂ ਨਾ ਉਹਨੂੰ ਨਹੀਂ ਚੰਗੀ ਲੱਗਦੀ, ਇਹਨੂੰ ਪਿਆਰ ਕਹਿੰਦੇ। ਜਿਹੜਾ ਦੋ ਲੜਕੀਆਂ ਨੂੰ ਪਿਆਰ ਕਰਦਾ ਅਤੇ ਦੋ ਮੁੰਡਿਆਂ ਨੂੰ ਪਿਆਰ ਕਰਦਾ, ਉਹਦਾ ਕੋਈ ਪਿਆਰ ਨਹੀਂ ਹੈ, ਉਹ ਸਵਾਰਥ ਲਈ ਕਰਦਾ ਵੀ ਫਾਇਦਾ ਉਠਾਓ, ਖਾਓ ਪੀਓ ਮੌਜ ਕਰੋ। ਅੱਜ ਕੱਲ੍ਹ ਬਹੁਤ ਬੱਚੇ ਚਲਾਕ ਹੋ ਗਏ ਨੇ, ਹੋਟਲਾਂ 'ਚ ਲੈ ਜਾਂਦੇ ਨੇ, ਖਰਚਾ ਮੁੰਡੇ ਤੋਂ ਕਰਵਾਉਂਦੀਆਂ ਕੁੜੀਆਂ, ਖਾਂਦੀ ਪੀਂਦੀ ਮੌਜ ਕਰਦੀ। ਬਸ ਇਹ ਇੱਕ ਕੁੜੀ ਮੇਰੇ ਕੋਲ ਆ ਗਈ, ਕਹਿੰਦੀ ਜੀ ਮੈਂ ਫਲਾਣੇ ਨਾਲ ਵਿਆਹ ਕਰਾਉਣਾ, ਉਂਝ ਮੇਰਾ ਪਿਆਰ 3-4 ਨਾਲ ਹੋਰ ਵੀ ਹੈ। ਮੈਂ ਵੀ ਕਿਆ ਮਤਲਬ? ਕਹਿੰਦੀ ਉਹਦਾ ਖਾਣ ਪੀਣ ਲਈ ਰੱਖੇ ਹੋਏ ਨੇ, ਉਹ ਖਾਣ ਪੀਣ ਕਦੇ ਕਿਸੇ ਨੂੰ ਲੈ ਕੇ ਹੋਟਲ 'ਚ ਖਾ ਪੀਆ, ਕਦੇ ਕਿਸੇ ਨੂੰ ਲੈ ਕੇ ਖਾ, ਉਹ ਖਾਣ ਪੀਣ ਰੱਖੇ ਨੇ। ਵੈਸੇ ਮੈਂ ਵਿਆਹ ਫਲਾਣੇ ਨਾਲ ਕਰਾਉਣਾ। ਸੋ ਇਹ ਕਲਯੁਗ ਹੈ ਭਾਈ। ਮੈਂ ਬੜਾ ਮੈਨੂੰ ਘਰ ਬੈਠੇ ਗਿਆਨ ਹੋ ਜਾਂਦਾ ਜਵਾਕਾਂ ਨੂੰ ਵੀ ਅਸੀਂ ਕਿੱਥੇ ਦੇ ਕਿੱਥੇ ਚਲੇ ਗਏ। ਸੋ ਗੁਰੂ ਮਹਾਰਾਜ ਕਹਿੰਦੇ ਤੂੰ ਉਹਨਾਂ ਨੂੰ ਹੀ ਭੁੱਲਦਾ ਹੈ ਜਿਨ੍ਹਾਂ ਨੂੰ ਤੂੰ ਭੁਲਾ ਰੱਖਿਆ ਹੈ। ਉਹਦੇ ਭੁਲਾਉਣ ਦਾ ਢੰਗ ਕੀ ਹੈ ਕਿ ਉਹ ਸਾਡਾ ਪਿਆਰ ਸੰਸਾਰ ਨਾਲ ਜਾਂ ਮਾਇਆ ਨਾਲ ਪਾਉਂਦਾ ਹੈ। ਅਸੀਂ ਫਿਰ ਮਾਇਆ ਇਕੱਠੀ ਕਰਨ 'ਤੇ ਲੱਗੇ ਰਹਿੰਦੇ ਹਾਂ, ਅਤੇ ਜੇ ਸਾਨੂੰ ਕੋਈ ਕਹਿੰਦਾ ਵੀ ਹੈ ਵੀ ਆਹ ਗੁਰਦੁਆਰੇ ਚੱਲੀਏ, ਆਹ ਸਤਸੰਗ ਕਰੀਏ, ਤਾਂ ਕੋਈ ਜਵਾਬ ਮਿਲਦਾ ਜੀ ਮੇਰੇ ਕੋਲ ਤਾਂ ਸਿਰ ਖੁਰਕਣ ਨੂੰ ਵਿਹਲੀ ਹੈ। ਜਿਵੇਂ ਦੁਕਾਨਦਾਰ, ਕਈ ਸਾਲ ਪਹਿਲਾਂ ਦੁਕਾਨਦਾਰ ਮੇਰੇ ਕੋਲ ਆਏ, ਅਸੀਂ ਜੀ ਸੰਥਿਆ ਲੈਣੀ ਹੈ। ਮੈਂ ਸ਼ਾਮੀ ਜੀ 6 ਤੋਂ 7 ਹੁੰਦੀ, ਕਹਿੰਦੇ ਫਿਰ ਤਾਂ ਅਸੀਂ ਸਾਰੀ ਉਮਰ ਸੰਥਿਆ ਨਹੀਂ ਲੈ ਸਕਦੇ। ਕਿਉਂ? ਕਿ ਸ਼ਾਮ ਨੂੰ ਤਾਂ ਸਾਡੀ ਦੁਕਾਨਦਾਰੀ ਹੁੰਦੀ ਹੈ। ਮੈਂ ਹਾਂ ਤੁਹਾਡੇ ਵੀ ਠੀਕ ਹੈ। ਉਹਨਾਂ ਕਾਰਨ ਮੈਨੂੰ ਸਵੇਰੇ ਸੰਥਿਆ ਸ਼ੁਰੂ ਕਰਨੀ ਪਈ ਸੀ। ਮੈਂ ਚੱਲ ਕੋਈ ਨਹੀਂ ਜੀ, ਮੈਂ ਰਿਟਾਇਰ ਹੋ ਗਿਆ, ਮੈਂ ਸਵੇਰੇ 6 ਤੋਂ 7 ਸ਼ੁਰੂ ਕਰ ਲੈਂਦਾ। ਉਹ ਹੁਣ ਜਿਹੜਾ ਆਉਂਦੇ ਹੀ ਕੋਈ ਨਹੀਂ ਵਪਾਰੀ, ਨਾ ਸਵੇਰੇ ਨਾ ਸ਼ਾਮ ਨੂੰ। ਫਿਰ ਮੈਂ ਸਵੇਰ ਦੀ ਬੰਦ ਕਰਤੀ ਹੈ। ਵੀ ਤਾਂ ਉਹਨਾਂ ਲਈ ਚਾਲੂ ਕੀਤੀ ਸੀ ਵੀ ਜਿਨ੍ਹਾਂ ਕੋਲ ਸ਼ਾਮ ਨੂੰ ਸਮਾਂ ਨਹੀਂ, ਉਹ ਆਪਣੀ ਥਾਂ 'ਤੇ ਠੀਕ ਸਨ। ਵੀ ਸਾਰੀ ਗਾਹਕੀ ਤਾਂ ਸ਼ਾਮ ਨੂੰ ਹੀ ਆਉਂਦੀ ਹੈ। ਜੋ ਸਰਕਾਰ ਨੇ 5 ਵਜੇ ਦੁਕਾਨਾਂ ਬੰਦ ਕਰਨੀਆਂ ਸ਼ੁਰੂ ਕੀਤੇ, ਹੁਕਮ ਕਰਤਾ ਸੀ, ਦੁਕਾਨਦਾਰ ਰੋਂਦੇ ਸਨ ਵੀ ਸਾਰਾ ਗਾਹਕ ਤਾਂ ਸ਼ਾਮ ਨੂੰ ਆਉਂਦੇ, ਤੁਸੀਂ 5 ਵਜੇ ਦੁਕਾਨਾਂ ਬੰਦ ਕਰਦੇ। ਅਸੀਂ ਭੁੱਖੇ ਮਾਰੇ ਦਿਨੇ ਕੌਣ ਆਉਂਦਾ ਸਾਡੇ ਕੋਲ। ਸੋ ਇਸ ਲਈ ਬਾਣੀ ਕਹਿੰਦੀ ਪਰਮਾਤਮਾ ਇਸ ਜੀਵ ਨੂੰ ਭੁਲਾਉਂਦਾ ਹੈ ਤਾਂ ਇਹ ਪਰਮਾਤਮਾ ਨੂੰ ਭੁੱਲਦਾ ਹੈ। ਅਤੇ ਜੇ ਫਿਰ ਇਸ ਤਰ੍ਹਾਂ ਤਾਂ ਫਿਰ ਕਿਸੇ ਨੂੰ ਕਹਿਣ ਦਾ ਕੋਈ ਮਤਲਬ ਵੀ ਕੁਛ ਨਹੀਂ ਲੱਗਾ। ਠੀਕ ਹੈ ਭਾਈ, ਅਤੇ ਇਹਦਾ ਨਾਮ ਜਪਦਾ ਜਪ ਲੈ, ਨਹੀਂ ਤਾਂ ਜਦੋਂ ਪਰਮਾਤਮਾ ਜਪਾਏਗਾ ਉਦੋਂ ਜਪ ਲੈ। ਫਿਰ ਤਾਂ ਆਹੀ ਮਤਲਬ ਨਿਕਲਿਆ। ਤਿੰਨ ਤੂੰ ਵਿਸਰੇ ਜੇ ਦੂਜੇ ਭਾਏ, ਭਾਏ ਦਾ ਪਿਆਰ ਕਰਨਾ। ਤੂੰ ਉਹਨਾਂ ਨੂੰ ਵਿਸਰਦਾ ਹੈ ਜੇ ਮੈਨੂੰ ਜਿਹੜੇ ਦੂਜੇ ਭਾਏ, ਜਿਹੜੇ ਰੱਬ ਨੂੰ ਛੱਡ ਕੇ ਹੋਰ ਨੂੰ ਪਿਆਰ ਕਰਦੇ ਹਨ। ਅਤੇ ਰੱਬ ਨੇ ਆਪਣੇ ਤੋਂ ਬਾਅਦ ਫਿਰ ਮਾਇਆ ਬਣਾਈ ਸੀ। ਪਰਮਾਤਮਾ ਨੇ ਕੀ ਕੀਤਾ? ਪਹਿਲਾਂ ਆਪਣੇ ਆਪ ਨੂੰ ਬਣਾਇਆ, ਫਿਰ ਉਹਨੇ ਮਾਇਆ ਬਣਾਈ, ਫਿਰ ਮਾਇਆ ਦੇ ਅੱਗੇ 3 ਪੁੱਤਰ ਬਣਾਏ, ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ ਜੀ। ਜੇ ਉਹ ਮਾਇਆ ਹੀ ਨਾ ਬਣਾਉਂਦਾ ਤਾਂ ਉਹਦੇ ਪੁੱਤਰ ਕਿਵੇਂ ਹੋ ਸਕਦੇ ਸਨ ਅੱਗੇ? ਸੋ ਉਹ ਇਸ ਲਈ ਉਹਨੇ ਬਣਾਈ। ਹੁਣ ਕਿਉਂਕਿ ਉਹ ਮਾਇਆ ਦੇ ਪੁੱਤਰ ਨੇ, ਉਹਨਾਂ ਨੂੰ ਤੁਸੀਂ ਪੂਜ ਕੇ ਪਰਮਾਤਮਾ ਤੱਕ ਨਹੀਂ ਪਹੁੰਚ ਸਕਦੇ, ਕਿਉਂਕਿ ਉਹ ਮਾਇਆ ਤੋਂ ਅੱਗੇ ਉਹ ਪੈਦਾ ਹੋਏ ਹਨ। ਇਸ ਲਈ ਉਹਨਾਂ ਨੂੰ ਤੂੰ ਵਿਸਰਦਾ ਹੈ ਜੇ ਦੂਜੇ ਭਾਏ, ਜਿਹੜੇ ਮਾਇਆ ਨੂੰ ਪਿਆਰ ਕਰਦੇ ਹਨ। ਮਨਮੁਖ ਅਗਿਆਨੀ ਜੋਨੀ ਪਾਏ, ਜਿਹੜੇ ਮਨਮੁਖ ਨੇ ਇਹ ਅਗਿਆਨੀ ਹੁੰਦੇ ਨੇ। ਇਹਨਾਂ ਨੂੰ ਅਸੀਂ ਅੱਡ ਅੱਡ ਜੂਨੀਆਂ 'ਚ ਪੈਣਾ ਪੈਂਦਾ, ਕਦੇ ਕਿਸੇ ਜੂਨੀ 'ਚ, ਕਦੇ ਕਿਸੇ ਜੂਨੀ। ਕਿਉਂਕਿ ਜਿਹੜਾ ਗੁਰਮੁਖ ਹੁੰਦਾ ਹੈ ਉਹ ਗਿਆਨਵਾਨ ਹੁੰਦਾ ਹੈ, ਉਹਨੂੰ ਪਤਾ ਹੈ ਮੈਂ ਤਾਂ ਨਾਮ ਜਪਣ ਆਇਆ। ਇਸ ਲਈ ਨਾਮ ਜਪਦਾ ਰਹਿੰਦਾ, ਜਪਦਾ ਰਹਿੰਦਾ। ਅਗਰ ਉਹਦੀ ਭਜਨ ਬੰਦਗੀ ਪੂਰੀ ਨਹੀਂ ਵੀ ਹੋਈ, ਉਹਨੂੰ ਦੁਬਾਰਾ ਮਨੁੱਖਾ ਜੀਵਨ ਮਿਲਦਾ ਕਿ ਲੈ ਭਾਈ ਤੈਨੂੰ ਇੱਕ ਜੀਵਨ ਹੋਰ ਦਿੱਤਾ, ਤੂੰ ਆਪਣੀ ਭਜਨ ਬੰਦਗੀ ਪੂਰੀ ਕਰ ਲੈ।
ਉਹ ਫਿਰ ਵੀ ਨਹੀਂ ਪੂਰੀ ਹੋਈ, ਉਹਨੂੰ ਫਿਰ ਮਨੁੱਖਾ ਜੀਵਨ ਦਿੰਦਾ। ਕਈ ਜਨਮ ਮਨੁੱਖਾ ਮਿਲਦੇ ਰਹਿੰਦੇ ਨੇ, ਜਿੰਨਾ ਚਿਰ ਭਜਨ ਬੰਦਗੀ ਪੂਰੀ ਹੋ ਕੇ ਸੱਚਖੰਡ ਨਹੀਂ ਚਲੇ ਜਾਂਦਾ। ਆਪਾਂ ਪਤਾ ਨਹੀਂ ਕਦੋਂ ਦੇ ਮਨੁੱਖਾ ਜੀਵਨ ਧਾਰ ਰਹੇ ਹਾਂ। ਗੁਰੂ ਨਾਨਕ ਦੇਵ ਜੀ ਤਾਂ ਵੇਲੇ ਤੋਂ ਪਏ, ਉਦੋਂ ਤਾਂ ਮੈਨੂੰ ਪਤਾ, ਉਦੋਂ ਪਤਾ ਹੀ ਕਦੋਂ ਦਾ ਮੈਂ ਇਸ ਮਨੁੱਖਾ ਜੂਨੀ 'ਚ ਆ ਰਿਹਾ ਹਾਂ। ਭਜਨ ਬੰਦਗੀ ਪੂਰੀ ਹੀ ਨਹੀਂ ਹੋ ਰਹੀ। ਗੱਲ ਪੂਰੀ ਹੋਊਗੀ ਤਾਂ ਜਨਮ ਮਰਨ ਤੋਂ ਖੜਾ ਛੁੱਟੇਗਾ ਨਾ। ਇਸ ਲਈ ਪਰਮਾਤਮਾ ਦੇਖਦਾ ਹੈ ਵੀ ਭਜਨ ਬੰਦਗੀ ਕਰ ਰਿਹਾ, ਆਪਣੇ ਵੱਲੋਂ ਯਤਨ ਕਰ ਰਿਹਾ ਹੈ, ਠੀਕ ਹੈ। ਜਿੱਥੋਂ ਤੱਕ ਪਹੁੰਚਣਾ ਸੀ ਉੱਥੇ ਨਹੀਂ ਪਹੁੰਚਿਆ, ਫਿਰ ਚਾਂਸ ਦਿੰਦਾ ਉਹ। ਸੋ ਇਸ ਲਈ ਫਿਰ ਜਿਹੜੇ ਮਨਮੁਖ ਹੁੰਦੇ ਨੇ ਉਹ ਅਗਿਆਨੀ ਹੁੰਦੇ ਨੇ, ਉਹ ਨਾਮ ਜਪਦੇ ਨਹੀਂ ਹੈਗੇ, ਇਸ ਲਈ ਉਹ ਅੱਡ ਅੱਡ ਜੂਨੀਆਂ 'ਚ ਪੈਂਦੇ ਰਹਿੰਦੇ। ਜਿਨ ਇੱਕ ਮਨ ਤੁਠਾ ਸੇ ਸਤਿਗੁਰ ਸੇਵਾ ਲਾਏ। ਤੁਠਾ ਹੁੰਦਾ ਦਿਆਲੂ ਹੋਣਾ। ਜਿਨ੍ਹਾਂ ਦੇ ਮਨ ਵਿੱਚ ਪਰਮਾਤਮਾ ਦਿਆਲੂ ਹੋ ਜਾਂਦਾ ਹੈ, ਸੇ ਸਤਿਗੁਰ ਸੇਵਾ, ਉਹਨਾਂ ਨੂੰ ਸੇ ਬਹੁਵਚਨ, ਉਹਨਾਂ ਨੂੰ ਪਰਮਾਤਮਾ ਗੁਰੂ ਦੀ ਸੇਵਾ ਚਲਾ ਦਿੰਦਾ ਵੀ ਚਲੋ ਭਾਈ ਗੁਰੂ ਦੀ ਸੇਵਾ ਕਰੋ, ਗੁਰੂ ਦੀ ਸਤਸੰਗ ਕਰੋ, ਝਾੜੂ ਫੇਰੋ, ਪੋਚੇ ਫੇਰੋ, ਕੱਪੜੇ ਧੋ, ਗੁਰੂ ਦੇ ਸਫਾਈ ਕਰੋ, ਲੰਗਰ ਤਿਆਰ ਕਰੋ, ਵਰਤਾਓ। ਜਿਨ੍ਹਾਂ ਦੇ ਮਨ 'ਚ ਪਰਮਾਤਮਾ ਦਿਆਲੂ ਹੋ ਜਾਂਦਾ, ਫਿਰ ਉਹਨਾਂ ਨੂੰ ਗੁਰੂ ਦੀ ਸੇਵਾ 'ਤੇ ਲਾਉਂਦਾ। ਜਿਨ ਇੱਕ ਮਨ ਤੁਠਾ ਤਿਨ ਹਰ ਮਨ ਵਸਾਏ। ਜਿਨ੍ਹਾਂ ਦੇ ਪਰਮਾਤਮਾ ਦਿਆਲੂ ਹੋ ਜਾਂਦਾ ਹੈ, ਉਹਨਾਂ ਦੇ ਮਨ 'ਚ ਪਰਮਾਤਮਾ ਦੀ ਯਾਦ ਵਸਾ ਦਿੰਦਾ ਹੈ। ਪਰਮਾਤਮਾ ਅੰਦਰ ਵਸਦਾ ਹੀ ਵਸਦਾ, ਉਹਦੀ ਯਾਦ ਵਸਾ ਦਿੰਦਾ। ਫਿਰ ਫਿਰ ਮਨੁੱਖ ਪਰਮਾਤਮਾ ਯਾਦ ਕਰਦਾ ਰਹਿੰਦਾ ਨਹੀਂ ਤੇ ਭੁੱਲਿਆ ਰਹਿੰਦਾ ਪਰਮਾਤਮਾ ਕਿੰਨਾ ਸਮਾਂ। ਜਦੋਂ ਪਰਮਾਤਮਾ ਦਿਆਲੂ ਹੁੰਦਾ ਹੈ, ਫਿਰ ਬੰਦੇ ਨੂੰ ਪਰਮਾਤਮਾ ਯਾਦ ਆਈ ਜਾਂਦਾ, ਲੱਗਾ ਰਹਿੰਦਾ। ਜੇ ਤੁਹਾਡਾ ਭਜਨ ਬੰਦਗੀ ਕਰਨ ਬਹੁਤ ਮਨ ਕਰੇ ਤਾਂ ਸਮਝ ਸੱਚੇ ਪਾਤਸ਼ਾਹ ਤੇਰੀ ਅੱਜ ਕਿਰਪਾ ਹੈ, ਤੂੰ ਅੱਜ ਮੇਰੇ 'ਤੇ ਦਿਆਲੂ ਹੈ, ਤਾਂ ਮੇਰਾ ਇੱਧਰ ਮਨ ਲੱਗਾ ਹੋਇਆ ਹੈ। ਗੁਰਮਤਿ ਹਰ ਨਾਮ ਸਮਾਏ। ਗੁਰੂ ਦੀ ਮੱਤ 'ਤੇ ਚੱਲ ਕੇ ਮਨੁੱਖ ਫਿਰ ਹਰੀ ਦੇ ਨਾਮ ਵਿੱਚ ਲੀਨ ਹੋ ਜਾਂਦਾ। ਭਾਵ ਨਾਮ ਜਪਦਾ ਰਹਿੰਦਾ। ਸਮਾਂ ਪਾ ਕੇ ਨਾਮ ਦੇ ਵਿੱਚ ਹੀ ਲੀਨ ਹੋ ਜਾਂਦਾ। ਨਾਮ 'ਚ ਲੀਨ ਹੋਣ ਦਾ ਮਤਲਬ ਪਰਮਾਤਮਾ ਦੇ ਵਿੱਚ ਹੀ ਲੀਨ ਹੋ ਜਾਂਦਾ, ਕਿਉਂਕਿ ਨਾਮ ਅਤੇ ਨਾਮੀ 'ਚ ਕੋਈ ਫਰਕ ਨਹੀਂ ਹੁੰਦਾ। ਜਿਨ੍ਹਾਂ ਪੋਤੈ ਪੁੰਨ ਸੇ ਗਿਆਨ ਵਿਚਾਰੀ। ਪੋਤਾ ਹੁੰਦਾ ਖਜ਼ਾਨੇ ਨੂੰ ਕਹਿੰਦੇ ਨੇ, ਭਾਵ ਕਿਸਮਤ। ਜਿਨ੍ਹਾਂ ਦੇ ਭਾਗਾਂ 'ਚ, ਜਿਨ੍ਹਾਂ ਦੀ ਕਿਸਮਤ 'ਚ ਕੋਈ ਪੁੰਨ ਕਰਮ ਲਿਖਿਆ ਹੁੰਦਾ, ਆਪਾਂ ਪਿਛਲੇ ਜਨਮਾਂ 'ਚ ਕੋਈ ਪੁੰਨ ਕਰਮ ਕੀਤਾ, ਉਹਦਾ ਫਲ ਦੇਣਾ ਸੀ ਪਰਮਾਤਮਾ। ਕਰਮ ਦੀ ਵਾਰੀ ਆ ਗਈ, ਸਾਨੂੰ ਪਰਮਾਤਮਾ ਨੇ ਸਤ ਸੰਗਤ 'ਚ ਭੇਜਤਾ। ਇੱਥੇ ਸਾਨੂੰ ਹੌਲੀ ਹੌਲੀ ਗਿਆਨ ਹੋਇਆ, ਇੱਥੇ ਗਿਆਨ ਹੋਇਆ ਵੀ ਹਾਂ ਭਾਈ ਸਤਸੰਗ ਕਰਨੀ ਚਾਹੀਦੀ ਹੈ, ਬਾਣੀ ਪੜ੍ਹਨੀ ਚਾਹੀਦੀ ਹੈ, ਨਾਮ ਜਪਣਾ ਚਾਹੀਦਾ ਹੈ। ਫਿਰ ਜਿਹਦੇ ਭਾਗਾਂ 'ਚ ਪੁੰਨ ਕਰਮ ਲਿਖਿਆ ਸੀ, ਉਹਨੂੰ ਫਿਰ ਪਰਮਾਤਮਾ ਸਤਸੰਗ 'ਚ ਭੇਜਦਾ। ਫਿਰ ਉਹਨੂੰ ਇੱਥੇ ਗਿਆਨ ਪ੍ਰਾਪਤ ਹੁੰਦਾ। ਉਹ ਫਿਰ ਜਿਹੜਾ ਗਿਆਨ ਪ੍ਰਾਪਤ ਹੁੰਦਾ ਉਸ 'ਤੇ ਫਿਰ ਵਿਚਾਰ ਕਰਦਾ, ਵਿਚਾਰਵਾਨ ਹੋ ਜਾਂਦਾ। ਜਿਨ੍ਹਾਂ ਪੋਤੈ ਪੁੰਨ ਤਿਨ ਹਉਮੈ ਮਾਰੀ। ਜਿਨ੍ਹਾਂ ਦੇ ਭਾਗਾਂ 'ਚ ਕੋਈ ਪੁੰਨ ਕਰਮ ਹੁੰਦਾ ਹੈ, ਉਹਨਾਂ ਦੀ ਪਰਮਾਤਮਾ ਅੰਦਰੋਂ ਹਉਮੈ ਖਤਮ ਕਰ ਦਿੰਦਾ ਹੈ। ਜਦੋਂ ਹਉਮੈ ਖਤਮ ਹੋ ਗਈ, ਫਿਰ ਪਰਮਾਤਮਾ ਮਿਲ ਪੈਂਦਾ। ਬਸ ਉਹਦੀ ਕੋਈ ਸ਼ਰਤ ਕਿ ਤੂੰ ਆਪਣੇ ਅੰਦਰ ਹਉਮੈ ਖਤਮ ਕਰ ਦੇ, ਕਿਉਂਕਿ ਵਸਤੂ ਅੰਦਰ ਵਸਤ ਸਮਾਵੈ, ਜੇ ਦੂਜੀ ਹੋਵੇ ਪਸ। ਕਿਸੇ ਭਾਂਡੇ ਵਿੱਚ ਕੋਈ ਚੀਜ਼ ਤਾਂ ਹੀ ਪੈ ਸਕਦੀ ਹੈ ਜਿਹੜੀ ਪਹਿਲੀ ਚੀਜ਼ ਹੈ ਭਾਂਡੇ 'ਚ, ਉਹ ਬਾਹਰ ਕੱਢ ਦਿੱਤੀ ਜਾਵੇ। ਹੁਣ ਸਾਡੇ ਅੰਦਰ ਹਉਮੈ, ਸਾਡਾ ਮਨ ਰੂਪੀ ਭਾਂਡਾ ਹਉਮੈ ਨਾਲ ਭਰਿਆ ਪਿਆ ਹੈ। ਇਹ ਨਾਮ ਇਹਦੇ ਵਿੱਚ ਆ ਨਹੀਂ ਸਕਦਾ। ਹਉਮੈ ਵਿੱਚੋਂ ਕੱਢੀਏ ਤਾਂ ਨਾਮ ਵਿੱਚ ਆਵੇ ਜੀ। ਇਸ ਲਈ ਹਉਮੈ ਛੱਡੇਗਾ ਤਾਂ ਬੰਦੇ ਨੂੰ ਨਾਮ ਦੇ ਵਿੱਚ ਕੋਈ ਆਨੰਦ ਆਵੇਗਾ, ਤਾਂ ਇਹਦੇ ਕੋਲ ਨਾਮ ਧਨ ਕੋਈ ਇਕੱਠਾ ਹੋਵੇਗਾ। ਇਸ ਲਈ ਕਹਿੰਦੇ
ਜਿਨ੍ਹਾਂ ਦੇ ਭਾਗਾਂ 'ਚ ਕੋਈ ਪੁੰਨ ਕਰਮ ਹੁੰਦਾ ਹੈ, ਪਰਮਾਤਮਾ ਉਹਨਾਂ ਦੇ ਅੰਦਰੋਂ ਹਉਮੈ ਨੂੰ ਖਤਮ ਕਰ ਦਿੰਦਾ ਹੈ। ਅਸੀਂ ਯਤਨਸ਼ੀਲ ਰਹਿਣਾ, ਕਿਰਪਾ ਪਰਮਾਤਮਾ ਨੇ ਕਰਨੀ। ਜਿਵੇਂ ਇੱਕ ਬੱਸ 'ਚ ਬੈਠਾ ਅਤੇ ਉਹ ਡਰਾਈਵਰ ਦੇ ਸ਼ੀਸ਼ੇ 'ਤੇ ਲਿਖਿਆ ਹੋਇਆ ਉਹਦੇ ਪਿੱਛੇ, ਮਿਹਨਤ ਮੇਰੀ ਰਹਿਮਤ ਤੇਰੀ। ਵੀ ਹੈ ਪਰਮਾਤਮਾ, ਮੈਂ ਤਾਂ ਮਿਹਨਤ ਕਰਾਂਗਾ, ਕਿਰਪਾ ਤਾਂ ਤੂੰ ਕਰਨੀ, ਕਿਰਪਾ ਤੂੰ ਕਰਨੀ। ਮੈਂ ਜੀ ਡਰਾਈਵਰ ਨੂੰ ਕਿਹਾ, ਮੈਂ ਡਰਾਈਵਰ ਸਾਹਿਬ, ਇਹ ਪਹਿਲੀ ਸਟੇਜ ਹੈ, ਇਹ ਧਰਮ ਦੀ ਪਹਿਲੀ ਸਟੇਜ ਹੈ, ਮਿਹਨਤ ਮੇਰੀ ਅਤੇ ਰਹਿਮਤ ਤੇਰੀ। ਆਖਰੀ ਸਟੇਜ ਹੈ, ਮਿਹਨਤ ਵੀ ਤੇਰੀ ਅਤੇ ਰਹਿਮਤ ਵੀ ਤੇਰੀ। ਮੈਂ ਕੌਣ ਸੀ ਮਿਹਨਤ ਕਰਨ ਵਾਲਾ ਜੇ ਤੂੰ ਨਾ ਕਰਾਉਂਦਾ ਤਾਂ। ਹੁਣ ਤਾਂ ਕਹਿੰਦੇ ਮਿਹਨਤ ਮੇਰੀ ਹੈ ਨਾ, ਅਜੇ ਹਮ ਅੰਦਰ ਹਮ ਹੈ ਨਾ, ਮਿਹਨਤ ਮੇਰੀ। ਫਿਰ ਆਏਗਾ ਮਿਹਨਤ ਵੀ ਤੇਰੀ ਅਤੇ ਰਹਿਮਤ ਵੀ ਤੇਰੀ। ਮਿਹਨਤ ਵੀ ਤੂੰ ਕਰਾਈ ਅਤੇ ਰਹਿਮਤ ਵੀ ਤੂੰ ਕੀਤੀ। ਇਹ ਹੈ, ਇਹੀ ਸੱਚ, ਅਖੀਰਲੀ ਗੱਲ ਸੱਚ ਹੈ। ਪਰ ਅਜੇ ਅਸੀਂ ਅਖੀਰ 'ਤੇ ਨਹੀਂ ਨਾ ਪਹੁੰਚ ਸਕਦੇ, ਅਜੇ ਤਾਂ ਅੰਦਰ ਮੈਂ ਮੇਰੀ ਹੈ। ਆਪਾਂ ਇੱਕ ਦਿਨ ਕਹੇ ਭਾਈ ਸਿਮਰਨ ਕਰਿਆ ਕਰੋ। ਜਦੋਂ ਬ੍ਰਹਮ ਗਿਆਨੀ ਹੁੰਦੇ ਫਿਰ ਉਹਨਾਂ ਦਾ ਉਹ ਸਿਮਰਨ ਵੀ ਉਹਨੇ ਕਰਾਇਆ, ਮੈਂ ਕੌਣ ਸੀ ਸਿਮਰਨ ਕਰਨ ਵਾਲਾ। ਜੇ ਉਹੀ ਨਾ ਕਰਵਾਉਂਦਾ ਮੈਂ ਕਿੱਥੋਂ ਕਰਦਾ। ਫਿਰ ਇੱਥੇ ਬੰਦਾ ਪਹੁੰਚਦਾ। ਪਹਿਲਾਂ ਕਹਿੰਦਾ ਮੈਂ ਸਿਮਰਨ ਕਰ ਰਿਹਾ, ਮੈਂ ਸਿਮਰਨ ਕਰਾਂਗਾ। ਫਿਰ ਉਹ ਕਹਿੰਦਾ ਸੱਚੇ ਪਾਤਸ਼ਾਹ ਸਿਮਰਨ ਵੀ ਤੈਂ ਹੀ ਕਰਾਇਆ। ਇਹ ਸਾਡੀ ਯਾਤਰਾ ਹੈ ਵੀ ਅਸੀਂ ਕਿੱਥੋਂ ਸ਼ੁਰੂ ਕਰਕੇ ਕਿੱਥੇ ਜਾਣਾ। ਦੇਖਣ ਨੂੰ ਤਾਂ 2-3 ਇੰਚਾਂ ਦੀ ਯਾਤਰਾ ਹੈ, ਬਹੁਤੀ ਨਹੀਂ ਕੋਈ ਕੋਈ ਲੰਬੀ ਚੌੜੀ ਯਾਤਰਾ ਨਹੀਂ, ਕਈ ਹਜ਼ਾਰ ਕਿਲੋਮੀਟਰ ਕੋਈ ਕਰਨੀ। ਇਹ ਭੁੱਲਿਆ ਰੱਬ ਦਾ ਕੀ ਪਾਉਣਾ, ਇੱਧਰ ਪੁੱਟਣਾ ਇੱਧਰ ਲਾਉਣਾ। ਅਨਾਇਤ ਸ਼ਾਹ ਉਦੋਂ ਗੰਢਿਆਂ ਦੀ ਪਨੀਰੀ ਪੁੱਟ ਕੇ ਦੂਜੇ ਪਾਸੇ ਲਾ ਰਹੇ ਸੀ ਅਤੇ ਇਹਨੇ ਚਿਰ ਬੁੱਲਾ ਆ ਗਿਆ ਉੱਥੇ। ਉਹ ਕਹਿੰਦਾ ਵੀ ਮਹਾਰਾਜ ਜੀ ਵੀ ਅੱਲਾ ਕਿਵੇਂ ਮਿਲਦਾ। ਉਹ ਕਹਿੰਦਾ ਬੁੱਲਿਆ ਰੱਬ ਦਾ ਕੀ ਪਾਉਣਾ, ਇੱਧਰ ਪੁੱਟਣਾ ਇੱਧਰ ਲਾਉਣਾ। ਸੰਸਾਰ ਵੱਲੋਂ ਮਨ ਪੁੱਟ ਲੈ, ਰੱਬ ਵਾਲੇ ਪਾਸੇ ਲਾ ਲੈ, ਬਸ ਮਿਲ ਜਾਏ। ਹੋਰ ਕੀ ਹੈ, ਇੱਕ ਪਾਸੇ ਤਾਂ ਪੁੱਟਣਾ ਪੈਣਾ ਨਾ। ਤੁਹਾਡੀ ਲੜਕੀ ਸਹੁਰੇ ਘਰ ਤਾਂ ਹੀ ਜਾ ਕੇ ਵਸੇਗੀ ਜੇ ਆਪਣੇ ਮਨ ਨੂੰ ਪੇਕੇ ਘਰ ਵੱਲ ਪੁੱਟੇਗੀ। ਅਗਰ ਉਹ ਇੱਥੇ ਹੀ ਟੰਗਾਂ ਡਾਈ ਰੱਖੀ ਉਹਨੇ, ਉਹ ਉੱਥੇ ਨਹੀਂ ਵਸੇਗੀ। ਦੋ ਥਾਂ ਨਹੀਂ ਹੋ ਸਕਦਾ। ਦੋ ਥਾਂ ਜੜ ਕਿਵੇਂ ਲੱਗ ਸਕਦੀ ਹੈ? ਜੜ ਤਾਂ ਇੱਕ ਥਾਂ ਹੀ ਲੱਗ ਸਕਦੀ ਹੈ। ਪਨੀਰੀ ਹੈ ਪੁੱਟ ਲਈ ਹੈ, ਹੋਰ ਅੱਗੇ ਕਿਤੇ ਨਹੀਂ ਲਈ ਤਾਂ ਫਸਲ ਨਹੀਂ ਹੋਵੇਗੀ। ਇੱਕ ਥਾਂ ਤੋਂ ਪੁੱਟ ਕੇ ਦੂਜੇ ਥਾਂ 'ਤੇ ਲਾਉਣਾ। ਮਨ ਨੂੰ ਸੰਸਾਰ ਵੱਲੋਂ ਪੁੱਟ ਕੇ ਰੱਬ ਵਾਲੇ ਪਾਸੇ ਲਾਉਣਾ। ਬਸ ਕਹਿੰਦੇ ਬੁੱਲਿਆ ਰੱਬ ਮਿਲ ਜਾਏ, ਹੋਰ ਕੀ ਹੈ। ਆ ਪੁੱਟਣਾ ਹੀ ਔਖਾ। ਜਦੋਂ ਪੁੱਟਣ ਲੱਗਦੇ ਸਾਨੂੰ ਫਿਰ ਸੰਸਾਰ ਯਾਦ ਆ ਜਾਂਦਾ, ਕਿਤੇ ਇਹ ਨਾ ਵਧੀਆ ਹੋਵੇ। ਕਈ ਬੰਦੇ ਕਹਿੰਦੇ ਯਾਰ ਪਨੀਰੀ ਪੁੱਟ ਲਈਏ, ਕਿਤੇ ਉੱਥੇ ਹੋ ਸਕਦਾ ਉੱਥੇ ਲੱਗੇ ਹੀ ਨਾ। ਠੀਕ, ਮਨ 'ਚ ਦੁਬਿਧਾ ਪੈਦਾ ਹੋ ਸਕਦੀ ਹੈ। ਇਸ ਲਈ ਮਨ ਨੂੰ ਸੰਸਾਰਕ ਮੋਹ 'ਚੋਂ ਕੱਢਣਾ ਅਤੇ ਰੱਬ ਦੇ ਪਿਆਰ 'ਚ ਲਾਉਣਾ, ਇਹ ਪ੍ਰਾਪਤੀ ਦਾ ਸਾਧਨ ਹੈ। ਇਹ ਹੋਏਗਾ ਕਿਵੇਂ? ਜਦੋਂ ਅਸੀਂ ਭਜਨ ਬੰਦਗੀ ਕਰਦੇ ਰਹਾਂਗੇ, ਹੌਲੀ ਹੌਲੀ ਸੰਸਾਰਕ ਚੀਜ਼ਾਂ 'ਚੋਂ ਸਾਡਾ ਮੋਹ ਘਟਦਾ ਜਾਵੇਗਾ। ਇੱਧਰੋਂ ਮੋਹ ਘਟੇਗਾ ਤਾਂ ਹੀ ਉੱਧਰ ਮੋਹ ਵਧੇਗਾ, ਜਾਂ ਉੱਧਰ ਮੋਹ ਵਧੇਗਾ ਮਗਰ ਘਟੇਗਾ। ਲੜਕੀ ਦਾ ਪਿਆਰ ਜਦੋਂ ਸਹੁਰੇ ਘਰ 'ਚ ਜਾ ਕੇ ਪੈ ਜਾਂਦਾ ਤਾਂ ਫਿਰ ਮੈਂ ਦੇਖਿਆ ਪੇਕੇ ਬਹੁਤ ਘੱਟ ਆਉਂਦੀ ਉਹ। ਪਹਿਲਾਂ ਛੇਤੀ ਬੰਦਾ ਗੇੜੇ ਮਾਰਦਾ ਜੀ, ਫਿਰ 15 ਦਿਨਾਂ ਬਾਅਦ, ਫਿਰ ਮਹੀਨੇ ਬਾਅਦ, ਫਿਰ 6 ਮਹੀਨੇ ਬਾਅਦ, ਫਿਰ ਸਾਲ ਬਾਅਦ, ਫਿਰ ਕਿਤੇ ਫੰਕਸ਼ਨ 'ਤੇ ਆਉਣੇ, ਕਿੰਨੀ ਦੇਰ ਬਾਅਦ ਬੀਬੀ ਜਿਹੜੇ ਪੇਕਿਆਂ ਨੂੰ ਆਉਂਦੀ ਹੈ। ਕਿਉਂ? ਅੱਗੇ ਮੋਹ ਪੈ ਗਿਆ ਹੈ, ਅੱਗੇ ਜ਼ਿੰਮੇਵਾਰੀਆਂ ਹੋ ਗਈਆਂ ਨੇ, ਉਹ ਤੋਂ ਫਿਰ ਵੇਲ ਕੱਢਦੇ ਮਗਰਲਾ ਹੈ ਟੁੱਟਦਾ ਜਾਂਦਾ। ਸਿਰ ਇਸ ਤਰ੍ਹਾਂ ਸਾਨੂੰ ਜਿਹੜਾ ਹੈ, ਜਦੋਂ ਅਸੀਂ ਅੱਗੇ ਰੱਬ ਨਾਲ ਪਿਆਰ ਪਾਵਾਂਗੇ ਤਾਂ ਮਗਰਲਾ ਟੁੱਟੇਗਾ, ਤਾਂ ਟੁੱਟੇਗਾ। ਮਗਰ ਤੋੜ ਕੇ ਅੱਗੇ ਪਾਉਣਾ ਇਹ ਥੋੜ੍ਹਾ ਮੁਸ਼ਕਿਲ ਹੋਏਗਾ। ਅੱਗੇ ਪਾਉਣਾ ਸ਼ੁਰੂ ਕਰ ਦਿਓ, ਮਗਰ ਆਪੇ ਟੁੱਟ ਜਾਏਗਾ। ਸਾਈਕੋਲੋਜੀ ਇਹੀ ਕਹਿੰਦੀ ਹੈ ਵੀ ਬੰਦੇ ਨੂੰ ਇਹ ਨਾ ਕਹੋ ਵੀ ਤੂੰ
ਕੁਸੰਗਤ ਛੱਡ ਦੇ, ਐ ਨਹੀਂ ਕਰੇਗਾ। ਉਹਨੂੰ ਕਹਾ ਆ ਤੈਨੂੰ ਸਤਸੰਗ 'ਚ ਲੈ ਕੇ ਚੱਲੀ। ਜਦੋਂ ਸਤਸੰਗ 'ਚ ਆਉਣਾ ਸ਼ੁਰੂ ਕਰ ਦੇਗਾ ਕੁਸੰਗਤ ਆਪੇ ਹੀ ਖਤਮ ਹੋ ਜਾਏਗੀ। ਜੇ ਉਹਨੂੰ ਕਹੋ ਭਾਈ ਕੁਸੰਗਤ ਛੱਡ, ਫਿਰ ਤੈਨੂੰ ਗੁਰਦੁਆਰੇ ਲੈ ਕੇ ਜਾਊਂਗਾ, ਫਿਰ ਕੋਈ ਨਹੀਂ ਜਾ ਸਕਦਾ। ਆ ਤੂੰ ਚੱਲ ਤਾਂ ਸਹੀ। ਜਿਵੇਂ ਕਹਿੰਦਾ ਮੈਂ ਨਹੀਂ ਬਾਬੇ ਬੂਬੇ ਨੂੰ ਮੰਨਦਾ, ਉਹ ਕਹਿੰਦਾ ਯਾਰ ਬਾਬੇ ਬੈਠੇ ਨੇ ਹਿੰਦੁਸਤਾਨ, ਤੂੰ ਬੈਠਾ ਅਮਰੀਕਾ, ਤੂੰ ਉਹਨਾਂ ਨੂੰ ਵੇਖਿਆ ਨਹੀਂ, ਉਹਨਾਂ ਤੈਨੂੰ ਨਹੀਂ ਵੇਖਿਆ, ਤੂੰ ਉਹਨਾਂ ਨੂੰ ਪੂਜਣਾ ਥੋੜ੍ਹਾ ਹੀ ਹੈ। ਤੂੰ ਨਾ ਮੰਨੀ, ਤੇਰੀ ਸਮੱਸਿਆ ਹੈ, ਤੂੰ ਉਹਨਾਂ ਨੂੰ ਪੁੱਛ ਲੈ, ਉਹ ਹੱਲ ਦੱਸ ਦੇ, ਤੇਰੀ ਸਮੱਸਿਆ ਹੱਲ ਹੋ ਗਈ, ਗੱਲ ਨਿਬੜ ਗਈ। ਨਾ ਹੋਈ ਨਾ ਸਹੀ, ਉਹ ਸਮੱਸਿਆ ਹੋ ਗਈ ਹੱਲ। ਹੁਣ ਦਸਵੰਧ ਭੇਜਦਾ ਹਰ ਮਹੀਨੇ। ਜਿਹੜੇ ਕਹਿੰਦੇ ਮੈਂ ਨਹੀਂ ਬਾਬੇ ਮੰਨਦਾ, ਉਹ ਕਹਿੰਦਾ ਵੀ ਉਹ ਕਿਹੜਾ ਕਹਿੰਦਾ ਮੈਨੂੰ, ਜਦੋਂ ਤੂੰ ਕੋਈ ਕੋਲ ਹੋਵੇ ਤਾਂ ਵੀ ਹੋਵੇ ਚਪਾਈ ਪਾ ਜਾ ਕੇ ਫਤਿਹ ਬੁਲਾਉਣੀ ਪੈ ਗਈ। ਕਿੱਥੇ ਹੈ ਅਮਰੀਕਾ, ਕਿੱਥੇ ਹਿੰਦੁਸਤਾਨ ਹੈ, ਤੂੰ ਆਪਣੇ ਕੰਮ ਕਰਾ ਲੈ ਜਿਹੜਾ ਕਰਾ ਹੁੰਦਾ। ਸੋ ਇਸ ਲਈ ਇਹ ਜਿਹੜਾ ਜਿੰਨਾ ਚਿਰ ਅਸੀਂ ਅੱਗੇ ਪਿਆਰ ਨਹੀਂ ਪਾਉਂਦੇ, ਉਹਨਾਂ ਚਿਰ ਮਗਰੋਂ ਮੋਹ ਨਹੀਂ ਟੁੱਟਿਆ ਕਰਦਾ। ਸੋ ਤਾਂ ਕਹਿੰਦੇ ਗੁਰੂ ਮਹਾਰਾਜ, ਜਿੰਨਾ ਪੋਤੈ ਪੁੰਨ ਤਿਨ ਹਉਮੈ ਮਾਰੀ। ਜਿਨ੍ਹਾਂ ਦੇ ਪੋਤੈ, ਇਹਨੂੰ ਉਹ ਪੋਤਰਾ ਨਹੀਂ ਸਮਝ ਲੈਣਾ। ਜੇ ਹੁੰਦਾ ਪੋਤ, ਉਹ ਤਾਂ ਸਮੁੰਦਰੀ ਜਹਾਜ਼ ਨੂੰ ਕਹਿੰਦੇ। ਸਮੁੰਦਰੀ ਜਹਾਜ਼ ਨੂੰ ਹਿੰਦੀ ਕਹਿੰਦੇ ਨੇ ਪੋਤ। ਇਹ ਹੈ ਪੋਤੈ, ਇਹ ਹੈ ਖਜ਼ਾਨੇ ਵਿੱਚ, ਕਿਸਮਤ ਵਿੱਚ, ਭਾਗਾਂ ਵਿੱਚ। ਜਿਹਦੇ ਭਾਗਾਂ 'ਚ ਕੋਈ ਪੁੰਨ ਕਰਮ ਹੁੰਦਾ, ਪਰਮਾਤਮਾ ਉਹਦੇ ਅੰਦਰ ਹਉਮੈ ਖਤਮ ਕਰ ਦਿੰਦਾ। ਨਾਨਕ ਜੋ ਨਾਮ ਰਤੇ ਤਿਨ ਕੋ ਬਲਿਹਾਰੀ। ਗੁਰੂ ਮਹਾਰਾਜ ਕਹਿੰਦੇ ਜਿਹੜੇ ਨਾਮ ਨਾਲ ਰੰਗੇ ਗਏ, ਅਸੀਂ ਉਹਨਾਂ ਤੋਂ ਬਲਿਹਾਰ ਜਾਂਦੇ। ਵੀ ਸ਼ਾਬਾਸ਼ ਏ ਭਾਈ ਤੁਹਾਡੇ, ਬੱਲੇ ਬੱਲੇ ਭਾਈ ਤੁਹਾਡੇ, ਤੁਸੀਂ ਨਾਮ ਜਪਦੇ ਹੋ। ਕਿਉਂਕਿ ਨਾਮ ਜਪਣ ਵਾਲੇ ਦੀ ਸਾਰੇ ਹੀ ਗੁਰਬਾਣੀ ਮਹਿਮਾ ਕੀਤੀ ਹੋਈ ਹੈ। ਚਾਹੇ ਕੋਈ ਸੰਤ ਮਹਾਤਮਾ, ਚਾਹੇ ਕੋਈ ਭਗਤ ਹੈ, ਚਾਹੇ ਗੁਰੂ ਹੈ, ਸਾਰੇ ਵਡਿਆਈ ਕਰਦੇ। ਗੁਰਸਿੱਖ ਦੀ ਵਡਿਆਈ ਤਾਂ ਪੰਚਮ ਪਾਤਸ਼ਾਹ ਬਹੁਤ ਹੀ ਜ਼ਿਆਦਾ ਕਰਦੇ ਨੇ। ਪੰਚਮ ਪਾਤਸ਼ਾਹ ਦੇ ਜੋ ਦੀਸੈ ਗੁਰਸਿੱਖੜਾ, ਤਿਸ ਨਿਵ ਨਿਵ ਲਾਗੋਂ ਪਾਏ ਜੀਓ। ਜਿਹੜਾ ਵੀ ਮੈਨੂੰ ਕੋਈ ਗੁਰੂ ਦਾ ਸਿੱਖ ਦਿਸਦਾ, ਮੈਂ ਝੁੱਕ ਝੁੱਕ ਉਹਦੇ ਚਰਨੀ ਲੱਗਦਾ। ਇੰਨੀ ਮਹਾਨਤਾ ਦਿੱਤੀ ਹੋਈ ਹੈ, ਵੈ ਗੁਰਸਿੱਖ ਬਣਨਾ ਪਏਗਾ। ਸੋ ਜਿੱਥੇ ਗੁਰੂ ਮਹਾਰਾਜ ਇੰਨਾ ਕਰਨ, ਜਿਹੜਾ ਮੈਨੂੰ ਗੁਰਸਿੱਖ ਦਿਸਦਾ, ਇਹੀ ਕਾਰਨ ਹੈ ਕਿ ਪੰਚਮ ਪਾਤਸ਼ਾਹ ਕਈ ਵਾਰੀ ਭੇਸ ਬਦਲ ਕੇ ਮਾਤਾ ਗੰਗਾ ਜੀ ਨੂੰ ਨਾਲ ਲੈ ਕੇ ਲੰਗਰ ਤਿਆਰ ਕਰਕੇ ਰਾਤ ਨੂੰ ਜਿੱਥੇ ਸੰਗਤ ਠਹਿਰੀ ਹੁੰਦੀ ਹੈ ਅੰਮ੍ਰਿਤਸਰ ਤੋਂ ਦੂਰ, ਉੱਥੇ ਦੋਨੋਂ ਮੀਆਂ ਬੀਬੀ ਪਹੁੰਚ ਜਾਂਦੇ ਸੀ। ਮਾਤਾ ਗੰਗਾ ਜੀ ਬਜ਼ੁਰਗ ਬੀਬੀਆਂ ਦੀ ਲੱਤਾਂ ਘੁੱਟਦੀਆਂ ਸਨ, ਕਦੋਂ ਤੁਰ ਕੇ ਆਉਂਦੇ ਸਨ। ਗੁਰੂ ਅਰਜਨ ਦੇਵ ਮਾਰ ਕੇ ਬਜ਼ੁਰਗ ਬੰਦਿਆਂ ਦੀ ਲੱਤਾਂ ਘੁੱਟਦੇ ਹੁੰਦੇ ਸਨ। ਅਤੇ ਜਦੋਂ ਅਗਲੇ ਦਿਨ ਉਹਨੇ ਪਹਿਚਾਣ ਲੈਣਾ ਵੀ ਇਹ ਤਾਂ ਆਹ ਨੇ, ਕਿ ਉਦੋਂ ਕਿਹੜਾ ਤਸਵੀਰਾਂ ਹੁੰਦੀਆਂ ਸਨ, ਨਾ ਕੋਈ ਟੀ ਵੀ ਨਾ ਰੇਡੀਓ, ਕਈਆਂ ਦੇ ਗੁਰੂ ਹੀ ਨਹੀਂ ਸੀ ਵੇਖਿਆ ਹੁੰਦਾ। ਪਹਿਲਾ ਗੁਰੂ ਬਦਲ ਗਿਆ, ਦੂਜਾ ਜੇ ਵੇਖਿਆ ਨਹੀਂ, ਇਸ ਕੀ ਪਤਾ ਕੌਣ ਹੈ ਕੌਣ ਨਹੀਂ। ਸੋ ਇਸ ਕਰਕੇ ਹੁਣ ਭਾਈ ਲਹਿਣਾ ਜੀ ਨੂੰ ਕੀ ਪਤਾ ਸੀ ਕਿ ਜਿਹੜਾ ਮੇਰੀ ਘੋੜੀ ਦੀ ਵਾਗ ਫੜੀ ਜਾਂਦਾ ਇਹ ਗੁਰੂ ਨਾਨਕ ਹੈ। ਹੁਣ ਤਾਂ ਵੈਸੇ ਪੁੱਛਿਆ ਵੀ ਬਜ਼ੁਰਗੋ, ਗੁਰੂ ਨਾਨਕ ਜੀ ਨੂੰ ਮੈਂ ਮਿਲਣਾ, ਉਹਨਾਂ ਦਾ ਘਰ ਕਿੱਥੇ? ਕਹਿੰਦੇ ਆਓ ਜੀ ਤੋਂ ਲੈ ਚੱਲਦੇ। ਉਹਨਾਂ ਘੋੜੀ ਦੀ ਲਗਾਮ ਫੜ ਲਈ ਹੈ, ਗੁਰੂ ਮਹਾਰਾਜ ਅੱਗੇ ਗਏ ਹੈ, ਭਾਈ ਲਹਿਣਾ ਜੀ ਘੋੜੀ ਦੇ ਵਿੱਚ ਬੈਠੇ ਹੋਏ ਨੇ। ਗੁਰੂ ਮਹਾਰਾਜ ਕਹਿੰਦੇ ਆਹ ਭਾਈ ਇੱਥੇ ਘੋੜੀ ਬੰਨ੍ਹ ਲਓ, ਆ 5 ਇਸ਼ਨਾਨਾ ਕਰੋ, ਜਿਹੜਾ ਕਮਰਾ ਉੱਥੇ ਗੁਰੂ ਨਾਨਕ ਬੈਠੇ ਨੇ। ਉਹ ਇਸ ਕੰਮ ਲੱਗ ਗਏ, ਉਹ ਦੂਜੇ ਪਾਸੇ ਜਾ ਕੇ ਅੰਦਰ ਬਹਿ ਗਏ। ਅੰਦਰ ਸੰਗਤ ਬੈਠੀ ਸੀ, ਗੁਰੂ ਮਹਾਰਾਜ ਆਪਣੇ ਆਸਣ 'ਤੇ ਜਾ ਬੈਠੇ। ਗੁਰੂ ਨਾਨਕ ਦੇਵ ਜੀ ਜਦੋਂ ਭਾਈ ਲਹਿਣਾ ਜੀ ਅੰਦਰ ਆਏ, ਉਹ ਕੀ ਵੇਖਦੇ ਵੀ ਓਹੋ ਬਈ ਜਿਹੜਾ ਮੇਰੀ ਘੋੜੀ ਦੀ ਲਗਾਮ ਫੜ ਕੇ ਲਿਆ ਸੀ ਉਹ ਤੁਰਿਆ ਆ ਰਿਹਾ, ਮੈਂ ਘੋੜੀ 'ਤੇ ਚੜ੍ਹਿਆ ਆ ਰਿਹਾ, ਉਹਦੇ ਗੁਰੂ ਨਾਨਕ ਹੈ। ਅਤੇ ਵਿਚਾਰੇ ਰੋਣ ਲੱਗ ਪਏ, ਵਿਰਾਗ 'ਚ ਆ ਗਿਆ। ਗੁਰੂ ਮਹਾਰਾਜ ਕਹਿੰਦੇ ਭਾਈ ਤੇਰਾ ਕੋਈ ਕਸੂਰ, ਤੈਨੂੰ ਪਤਾ ਹੀ ਨਹੀਂ ਸੀ ਵੀ ਇਸ ਕੰਮ ਇਹਨੂੰ ਇਹ ਹੈ ਨਿਮਰਤਾ। ਸੋ ਇਸ ਲਈ ਗੁਰੂ ਮਹਾਰਾਜ ਗੁਰਸਿੱਖ ਦਾ ਬੜਾ ਸਤਿਕਾਰ ਕਰਦੇ। ਅਸੀਂ ਹੀ ਨਹੀਂ ਹੁਣ ਗੁਰਸਿੱਖ ਰਹਿ ਰਹੇ, ਅਤੇ ਫਿਰ ਗੁਰੂ ਮਹਾਰਾਜ ਉੱਥੇ ਕੀ ਕਰਨਾ। ਕਹਿੰਦੇ ਨਾਨਕ ਜੋ ਨਾਮ ਰਤੇ ਤਿਨ ਕੋ ਬਲਿਹਾਰੀ। ਜਿਹੜੇ ਨਾਮ 'ਚ ਰੰਗੇ ਜਾਂਦੇ ਨੇ, ਗੁਰੂ ਮਹਾਰਾਜ ਕਹਿੰਦੇ ਅਸੀਂ ਉਸ ਤੋਂ ਬਲਿਹਾਰ ਜਾਂਦੇ।
ਗੌੜੀ ਗੁਆਰੇਰੀ ਮਹਿਲਾ ਤੀਜਾ। ਜਿਵੇਂ ਤੁਹਾਡਾ ਬੱਚਾ ਹੁਸ਼ਿਆਰ ਹੈ, ਠੀਕ ਹੈ, ਬੱਚਾ ਤੁਹਾਡਾ ਹੁਸ਼ਿਆਰ ਹੈ, ਲੋਕ ਆਪਣੇ ਬੱਚੇ ਨੂੰ ਝਿੜਕਦੇ ਨੇ, ਦੇਖੋ ਫਲਾਣੇ ਦਾ ਕਿੰਨਾ ਹੁਸ਼ਿਆਰ ਹੈ, ਤੂੰ ਨਲਾਇਕ ਹੈ, ਵਡਿਆਈ ਕਰਦੇ। ਸਿਆਣੇ ਕਹਿੰਦੇ ਕੰਮ ਕਰੀਏ ਆਪਣਾ, ਸੋਭਾ ਜਹਾਨ ਦੀ। ਕੰਮ ਮਨੁੱਖ, ਬੱਚਾ ਮਨੁੱਖ ਆਪਣਾ ਕਰ ਰਿਹਾ, ਲੋਕ ਕਹਿੰਦੇ ਫਲਾਣਾ ਪਏ ਬਹੁਤ ਮਿਹਨਤੀ ਆਦਮੀ, ਬਹੁਤ ਮਿਹਨਤ ਕਰਦੇ, ਵਡਿਆਈ ਦੂਜੇ ਕਰਦੇ ਨੇ। ਨਾਮ ਤੁਸੀਂ ਜਪੋਗੇ, ਵਡਿਆਈ ਦੂਜੇ ਕਰਨਗੇ। ਹਾਲਾਂਕਿ ਸਾਡੇ ਨਾਮ ਜਪਣ ਉਹਨਾਂ ਨੂੰ ਤਾਂ ਵਿਚਾਰੇ ਨੂੰ ਕੋਈ ਲਾਭ ਨਹੀਂ ਹੈ, ਉਹਨਾਂ ਦਾ ਕੋਈ ਲਾਭ ਨਹੀਂ। ਜੇ ਅਸੀਂ ਨਾਮ ਜਪ ਰਹੇ ਹਾਂ, ਆਪਣੇ ਲਈ ਜਪ ਰਹੇ। ਬੱਚਿਆਂ ਨੂੰ ਮੈਂ ਕਿੰਨੀ ਵਾਰੀ ਟੀਚਰ ਨੇ ਸਮਝਾਉਂਦਾ ਸੀ, ਭਾਈ ਜੇ ਮੈਂ ਪੜ੍ਹਿਆ ਤਾਂ ਮੈਂ ਆਪਣੇ ਲਈ ਪੜ੍ਹਿਆ, ਮੈਂ ਕਿੰਨੀ ਕੁ ਕਮਾਈ ਅਪਕਾਰ ਕਰ ਆਪਣੇ ਮਾਂ ਬਾਪ ਨੂੰ ਦਿੱਤੀ ਹੈ। ਤੁਸੀਂ ਪੜ੍ਹਨਾ ਆਪਣੇ ਫਾਇਦੇ ਲਈ ਪੜ੍ਹਨਾ। ਇਹ ਮਾਂ ਪਿਓ ਦੇ ਕਾਹਦਾ ਆਸਾਨ ਹੈ, ਸਗੋਂ ਉਹਨਾਂ 'ਤੇ ਸ਼ੁਕਰਾਨਾ ਕਰਨਾ ਚਾਹੀਦਾ ਵੀ ਹਾਂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ, ਨਹੀਂ ਤਾਂ ਤੁਸੀਂ ਮੈਂ ਹਲ ਲਾਉਣ ਜੋੜਨ ਨੂੰ ਵੀ ਲਾ ਸਕਦੇ ਸੀ, ਮੈਨੂੰ ਡੰਗਰ ਚਾਰਨ 'ਤੇ ਵੀ ਲਾ ਸਕਦੇ ਸੀ, ਵੀ ਤੁਹਾਡਾ ਬਹੁਤ ਧੰਨਵਾਦ ਤੁਸੀਂ ਮੈਨੂੰ ਪੜ੍ਹਨ ਲਾ ਤਾ। ਕਿਸੇ 'ਤੇ ਕਾਹਦਾ ਆਸਾਨ ਹੈ, ਆਪਣੇ ਲਈ ਪੜ੍ਹਨਾ ਹੈ, ਆਪਣੇ ਲਈ ਸਭ ਕਰਨਾ। ਜਿਹੜਾ ਨਾਮ ਜਪਣਾ ਆਪਣੇ ਲਈ ਜਪਣਾ, ਆਪਣੇ ਫਾਇਦੇ ਲਈ ਜਪਣਾ, ਇਹ ਕਿਸੇ 'ਤੇ ਕਾਹਦਾ ਆਸਾਨ ਹੈ। ਫਿਰ ਵੀ ਜਿਹੜਾ ਆਪਣਾ ਕੰਮ ਮਿਹਨਤ ਨਾ ਕਰਦਾ, ਲੋਕ ਉਸ ਦੀ ਵਡਿਆਈ ਕਰਦੇ ਨੇ। ਅਤੇ ਨਾਮ ਜਪਣ ਵਾਲੇ ਤਾਂ ਮਹਿਮਾ ਹੀ ਬਹੁਤ ਹੈਗੀ ਹਨ। ਨਾਮ ਜਪਣ ਵਾਲੇ ਤਾਂ ਸਾਰੇ ਸਤਿਕਾਰ ਕਰਦੇ ਨੇ, ਚਾਹੇ ਕਿਸੇ ਧਰਮ ਦੇ ਵੀ ਕਿਉਂ ਨਾ ਲੋਕ ਹੋਣ। ਸਾਧੂ ਨੂੰ ਇਸ ਲਈ ਸਾਂਝਾ ਗਿਣਿਆ ਜਾਂਦਾ ਵੀ ਇਹ ਤਾਂ ਭਾਈ ਸਭ ਦਾ ਸਾਂਝਾ, ਕੋਈ ਵੀ ਆ ਸਕਦਾ। ਰਾਜਨੀਤਿਕ ਬੰਦੇ ਆ ਜਾਓ, ਵੀਰ ਆ ਜਾਓ, ਗਰੀਬ ਆ ਜਾਓ, ਕਾਂਗਰਸੀ ਆ ਜਾਓ, ਅਕਾਲੀ ਆ ਜਾਓ, ਆਪ ਵਾਲਾ ਆ ਜਾਓ, ਕਮਿਊਨਿਸਟ ਆ, ਕੋਈ ਆ ਜਾਓ। ਸਾਧੂ ਕਿਸੇ ਵੱਲ ਪੱਖ ਨਹੀਂ ਪੂਰਦਾ ਹੁੰਦਾ, ਤਾਂ ਸਾਧੂ ਹੈ। ਉਹ ਤੋਂ ਆਸ਼ੀਰਵਾਦ ਲੈਣ ਲਈ ਇਹ ਲੋਕ ਆਉਂਦੇ ਰਹਿੰਦੇ ਹਨ। ਇਸ ਲਈ ਨਾਮ ਜਪੀ ਜਾਓ, ਸਤਿਕਾਰ ਤੁਹਾਡਾ ਆਪਣੇ ਆਪ ਹੀ ਹੌਲੀ ਹੌਲੀ। ਸਤਿਕਾਰ ਜਿਹੜਾ ਨਾਮ ਹੈ ਨਾ, ਸਾਡੇ ਕੋਲ ਨਾਮ ਧਨ ਇਹ ਨਹੀਂ ਕਰਵਾਉਣਾ। ਬੰਦੇ ਦਾ ਸਤਿਕਾਰ ਜਿੰਨਾ ਜ਼ਿਆਦਾ ਉਹਦੇ ਕੋਲ ਨਾਮ ਧਨ ਹੈ, ਉਨਾ ਜ਼ਿਆਦਾ ਉਸਦਾ ਸਤਿਕਾਰ ਹੋਏਗਾ। ਜਿੰਨਾ ਨਾਮ ਧਨ ਕੋਲ ਹੈ, ਨਾਮ ਧਨ ਨੇ ਸਤਿਕਾਰ ਕਰਾਉਣਾ ਹੀ ਕਰਾਉਣਾ। ਇਹ ਤਾਂ ਹੈ। ਜਿਵੇਂ ਜਿੰਨਾ ਜ਼ਿਆਦਾ ਅਮੀਰ ਹੋਏਗਾ ਲੋਕ ਉਹ ਨਹੀਂ ਕਰਨਗੇ ਕਿ ਨਹੀਂ, ਬੱਲੇ 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 ਬਈ। ਜਿਹੜਾ ਥੋੜ੍ਹਾ ਅਮੀਰ ਹੈ ਕੋਈ ਨਹੀਂ ਪਤਾ, ਜੋ ਜਿਹੜੇ ਵੱਡੇ ਵੱਡੇ ਅਮੀਰ ਨੇ ਕਿੰਨਾ ਹੁੰਦਾ। ਹਾਂਜੀ, ਇਸੇ ਤਰ੍ਹਾਂ ਜਿੰਨਾ ਜ਼ਿਆਦਾ ਕਿਸੇ ਕੋਲ ਨਾਮ ਧਨ ਹੋਏਗਾ, ਪਰਮਾਤਮਾ ਓਨਾ ਹੀ ਉਹਦਾ ਸਤਿਕਾਰ ਸਮਾਜ ਕਰਾਉਂਦਾ ਹੈ। ਅਤੇ ਸਤਿਕਾਰ ਦੇ ਸਾਰਿਆਂ ਨੂੰ ਚਾਹੀਦਾ, ਕਿਹਨੂੰ ਨਿਰਾਦਰੀ ਚਾਹੀਦੀ, ਕੋਈ ਵੀ ਨਹੀਂ ਚਾਹੁੰਦਾ। ਹਰ ਕੀ ਚਾਹੁੰਦਾ ਮੇਰਾ ਸਤਿਕਾਰ ਹੋਵੇ। ਅਤੇ ਧਰਮ ਕਹਿੰਦਾ ਫਿਰ ਨਾਮ ਜਪੋ, ਨਾਮ ਨੇ ਤੁਹਾਡਾ ਸਤਿਕਾਰ ਕਰਾਉਣਾ ਹੀ ਕਰਾਉਣਾ ਹੈ। ਮੈਂ ਇੱਕ ਹੋਰ ਦੇਖਿਆ, ਨਾਮ ਜਪਣ ਵਾਲੇ ਦਾ ਸਤਿਕਾਰ ਨਾਮ ਜਪਣ ਵਾਲੇ ਘੱਟ ਕਰਦੇ ਨੇ, ਜਿਹੜੇ ਨਾਮ ਨਹੀਂ ਜਪਦੇ ਉਹ ਸਭ ਜ਼ਿਆਦਾ ਕਰਦੇ ਨੇ। ਨਾਮ ਜਪਣ ਵਾਲੇ ਤੇ ਤਵੇ ਲਾਉਂਦੇ ਨਾਮ ਜਪਣ ਵਾਲੇ ਹੀ। ਸੰਤਾਂ ਦੇ ਤਵੇ ਸੰਤ ਹੀ ਲਾਉਂਦੇ ਨੇ, ਦੂਜੇ ਨਹੀਂ ਲਾਉਂਦੇ, ਨਹੀਂ ਲਾਉਂਦੇ। ਮੈਂ ਇੱਕ ਗੱਲ ਹੋਰ ਹੈਰਾਨ ਦੱਸਾਂ, ਇਹਦਾ ਮਤਲਬ ਹੈ ਇਹਨਾਂ ਦੇ ਤਾਂ ਈਰਖਾ ਹੀ ਨਹੀਂ ਖਤਮ ਹੋਈ। ਦੂਜੇ ਸਤਿਕਾਰ ਕਰਦੇ ਨੇ ਸਾਧੂਆਂ ਦਾ, ਸਾਧੂ ਸਾਧੂ ਦੀ ਹੀ ਨਿੰਦਿਆ ਕਰ ਰਿਹਾ ਹੈ। ਕਿਆ ਬਦਕਿਸਮਤੀ ਹੈ। ਧਰਮ ਕਿਵੇਂ ਫੈਲੇਗਾ? ਇੱਕ ਧਾਰਮਿਕ ਬੰਦਾ ਦੂਜੇ ਧਾਰਮਿਕ ਬੰਦੇ ਨਿੰਦਿਆ ਕਰੇ, ਧਰਮ ਕਿਵੇਂ ਫੈਲੇਗਾ? ਪਰ ਤਾਂ ਆਪ ਹੀ ਹੋ ਜਾਂਦੇ। ਸੋ ਸਾਧੂ ਨੂੰ ਕਦੇ ਵੀ ਦੂਜੇ ਸਾਧੂ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ। ਸੋ ਗੁਰੂ ਮਹਾਰਾਜ ਕਹਿੰਦੇ ਗੌੜੀ ਗੁਆਰੇਰੀ ਮਹਿਲਾ ਤੀਜਾ। ਤੀਸਰੇ ਪਾਤਸ਼ਾਹ ਕਹਿੰਦੇ ਤੂੰ ਅਕਥ ਕਿਉਂ ਕਥਿਆ ਜਾਹੀਂ। ਤੂੰ ਆ ਗਿਆ ਨਾ, ਇਸ ਲਈ ਜਾਹੀਂ। ਗੁਰ ਸ਼ਬਦ ਮਾਰਨ ਮਨ ਮਾਹੇ ਸਮਾਹੇ, ਤੇਰੇ ਗੁਣ ਅਨੇਕ ਕੀਮਤ ਨ ਪਾਹੇ। ਤੂੰ ਅਕਥ ਹੈ, ਪਰਮਾਤਮਾ ਬਾਰੇ ਕੁਝ ਕਹੇ ਹੀ ਨਹੀਂ ਜਾ ਸਕਦਾ, ਕਿਉਂਕਿ ਤਾਂ ਬੇਅੰਤ ਹੈ। ਜਿਹਦਾ ਕੋਈ ਅੰਤ ਹੈ ਉਸ ਬਾਰੇ ਤਾਂ ਅਸੀਂ ਕੁਛ ਕਹਿ ਸਕਦੇ, ਜਿਹੜਾ ਹੈ ਹੀ ਬੇਅੰਤ। ਸਾਡਾ ਅੰਤ ਹੈ,
ਸਾਡੀ ਲਿਮਟ ਹੈ, ਪਰਮਾਤਮਾ ਲਿਮਟਲੈਸ ਹੈ, ਇਸ ਲਈ ਅਸੀਂ ਉਹਦਾ ਵਰਣਨ ਹੀ ਨਹੀਂ ਕਰ ਸਕਦੇ। ਉਹ ਤਾਂ ਬੇਅੰਤ ਹੈ ਅਤੇ ਸਾਡਾ ਅੰਤ ਹੈ। ਉਹ ਬੇਅੰਤ ਸ਼ਕਤੀ ਦਾ ਮਾਲਕ ਹੈ, ਸਾਡੀਆਂ ਸ਼ਕਤੀਆਂ ਦੀ ਇੱਕ ਹੱਦ ਹੈ। ਇਸ ਲਈ ਪਰਮਾਤਮਾ ਅਕਥ ਹੈ। ਕਿਉਂ ਕਥਿਆ ਜਾਏ? ਉਹ ਕਿਵੇਂ ਉਹਦਾ ਕਥਨ ਕੀਤਾ ਜਾ ਸਕਦਾ ਹੈ? ਕਿਵੇਂ ਉਹਦੀ ਵਡਿਆਈ ਕੀਤੀ ਜਾ ਸਕਦੀ ਹੈ? ਉਹਦੀ ਤਾਂ ਵਡਿਆਈ ਕਹਿੰਦੇ ਬੇਅੰਤ ਹਨ। ਇਹ ਪ੍ਰਭੂ ਤੂੰ ਅਕਥ ਹੈ, ਤੂੰ ਕਿਵੇਂ ਕਥਨ ਕੀਤਾ ਜਾ ਸਕਦਾ ਹੈ? ਗੁਰ ਸ਼ਬਦ ਮਾਰਨ ਮਨ ਮਾਹੇ ਸਮਾਏ। ਗੁਰੂ ਦਾ ਸ਼ਬਦ ਹੈ, ਮਾਰਨ ਹੁੰਦਾ ਮਸਾਲਾ। ਇਹ ਮਾਰਨ ਪਾਏ ਹਰਾਮ ਮੈਂ ਹੋਏ ਹਲਾਲ ਨਾ ਜਾਏ। ਹਰਾਮ ਦੇ ਮਾਲ ਨੂੰ ਜੇ ਤੜਕੇ ਫੜਕੇ ਲਾ ਦਈਏ ਤਾਂ ਹਲਾਲ ਦਾ ਨਹੀਂ ਹੋ ਜਾਂਦਾ। ਕਹਿੰਦੇ ਜਿਹੜਾ ਸਾਡੇ ਅੰਦਰ ਹਉਮੈ ਹੈ ਉਹਨੂੰ ਮਾਰਨ ਦਾ ਇੱਕ ਢੰਗ ਹੈ, ਉਹਦਾ ਇੱਕ ਮਸਾਲਾ ਹੈ ਕਿ ਗੁਰ ਸ਼ਬਦ। ਗੁਰੂ ਦਾ ਦਿੱਤਾ ਜਿਹੜਾ ਨਾਮ ਹੈ ਨਾ, ਉਹ ਐਸਾ ਮਾਰਨ ਹੈ, ਐਸਾ ਮਸਾਲਾ ਹੈ ਜਿਹਦੇ ਨਾਲ ਅੰਦਰੋਂ ਹਉਮੈ ਮਰ ਜਾਂਦੀ ਹੈ, ਮਨ ਮਾਹੇ ਸਮਾਏ, ਅਤੇ ਪਰਮਾਤਮਾ ਮਨ ਦੇ ਸਮਾ ਜਾਂਦਾ, ਲੀਨ ਹੋ ਜਾਂਦਾ ਹੈ। ਸੋ ਇਹ ਗੁਰੂ ਦਾ ਸ਼ਬਦ ਪਾ ਗੁਰਮੰਤਰ, ਬਸ ਕਹਿੰਦੇ ਨੇ 100 ਗਜ ਰੱਸਾ ਸਿਰ 'ਤੇ ਗੰਢ। ਬਾਣੀ ਪੜ੍ਹੀ ਜਾਓ ਫਿਰ ਤੇ ਆਹੀ ਆਊ, ਨਾਮ ਜਪਿਆ ਕਰੋ ਭਾਈ। ਬਾਣੀ ਪੜ੍ਹੀ ਜਾਓ ਫਿਰ ਨਾਮ ਜਪਿਆ ਕਰੋ, ਫਿਰ ਪੜ੍ਹੀ ਜਾਓ ਫਿਰ ਨਾਮ ਜਪਿਆ ਕਰੋ। ਕਿਉਂ? ਜਿਹੜੀ ਗੱਲ ਦੀ ਜ਼ਿਆਦਾ ਮਹਾਨਤਾ ਹੁੰਦੀ ਹੈ ਉਹ ਗੱਲ ਵਾਰੀ ਵਾਰੀ ਕਹੀ ਜਾਂਦੀ ਹੈ। ਜਿਸ ਗੱਲ ਦੀ ਜਿੰਨੀ ਜ਼ਿਆਦਾ ਮਹਾਨਤਾ ਹੋਵੇਗੀ ਉਹ ਵਾਰੀ ਵਾਰੀ ਕਹੀ ਜਾਵੇ, ਕਿਸੇ ਤਰ੍ਹਾਂ ਸਾਡੇ ਮਨ 'ਚ ਦ੍ਰਿੜ ਹੋ ਜਾਏ। ਹੁਣ ਦੇਖੋ 35 ਬ੍ਰਹਮ ਗਿਆਨੀ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ, 35 ਦੇ 35 ਨੇ ਆਪਣੇ ਆਪਣੇ ਤਰੀਕੇ ਨਾਮ ਜਪਣ ਦੀ ਮਹਾਨਤਾ ਕਹੀ ਹੈ ਵੀ ਜਪੋ ਭਾਈ, ਨਾਮ ਜਪੋ, ਨਾਮ ਜਪੋ, ਨਾਮ ਜਪੋ, ਨਾਮ ਜਪੋ ਮੇਰੇ ਸਾਜਨ ਸੈਨਾ, ਨਾਮ ਜਪੋ। ਕਿਉਂਕਿ ਜਿਵੇਂ ਕਿ ਹਾਥੀ ਦੀ ਪੈੜ 'ਚ ਸਾਰੀਆਂ ਪੈੜਾਂ, ਨਾਮ ਦੇ ਵਿੱਚ ਸਭ ਕੁਛ ਹੈ। ਬਸ ਨਾਮ ਜਪੀ ਜਾਓ, ਤੁਹਾਨੂੰ ਕਿਸੇ ਚੀਜ਼ ਦੀ ਕਮੀ ਹੀ ਨਹੀਂ ਰਹੇਗੀ। ਤੁਹਾਡੇ ਕੋਲ ਨਾਮ ਨੇ ਹਰ ਇੱਕ ਚੀਜ਼ ਵਾਧੂ ਕਰ ਦੇਣੀ ਹੈ। ਨਾਮ 'ਚ ਇੰਨੀ ਤਾਕਤ ਹੈ। ਪਰ ਦੁੱਖ ਹੈ ਲੋਕ ਨਾਮ ਜਪਦੇ ਹੀ ਨਹੀਂ, ਧੱਕੇ ਧੋੜੇ ਜਿਹੇ ਖਾਈ ਜਾਂਦੇ ਨੇ। ਫਿਰ ਉਹ 'ਤੇ ਗੁਰੂ ਮਹਾਰਾਜ ਕਿਆ ਕਰ ਰਹੇ? ਉਹ 'ਤੇ ਕਿ ਨਾਮ ਜਪੋ, ਤੁਹਾਨੂੰ ਆਹ ਮਿਲੂ, ਆਹ ਮਿਲੂ, ਆਹ ਮਿਲੂ, ਆਹ ਮਿਲੂ, ਆਹ ਮਿਲੂ। ਬੱਚੇ ਨੂੰ ਕਹਿੰਦੇ ਆ ਬੇਟਾ ਗੁਰਦੁਆਰੇ ਜਾ ਕੇ ਮੱਥਾ ਟੇਕ, ਉਹ ਕਹਿੰਦੇ ਕੀ ਮਿਲੂ? ਕੀ? ਉਂਝ ਕੋਈ ਨਹੀਂ ਜਾਂਦਾ, ਕੀ ਮਿਲੇਗਾ? ਹੁਣ ਦੱਸਣਾ ਪੈਣਾ ਕਿ ਗੁਰਦੁਆਰੇ ਜਾਏ ਤੈਨੂੰ ਆਹ ਮਿਲੇਗਾ। ਬਾਣੀ 'ਚ ਵਾਰੀ ਵਾਰੀ ਦੱਸਿਆ, ਜੇ ਤੁਸੀਂ ਨਾਮ ਜਪੋਗੇ ਤੁਹਾਨੂੰ ਆਹ ਮਿਲੇਗਾ, ਜੇ ਤੁਸੀਂ ਨਾਮ ਜਪੋ ਤੁਹਾਨੂੰ ਆਹ ਮਿਲੇਗਾ, ਜੇ ਤੁਸੀਂ ਨਾਮ ਜਪੋ ਤੁਹਾਨੂੰ ਆਹ ਮਿਲੇਗਾ। ਤਾਂ ਬੰਦਾ ਜਪਦਾ। ਅਤੇ ਜੇ ਕਿ ਮਿਲਦਾ ਕੁਛ ਨਹੀਂ ਪਿਆ, ਨਾਮ ਜਪਣਾ। ਔਰ ਲੈ ਉਂਝ ਕੌਣ ਜਪਦਾ ਜੀ? ਜੇ ਪਰਮਾਤਮਾ ਕਹਿੰਦੇ ਬਸ ਤੁਸੀਂ ਮੇਰਾ ਨਾਮ ਜਪਣਾ ਅਤੇ ਬਦਲੇ ਤੁਹਾਨੂੰ ਕੁਛ ਨਹੀਂ ਮਿਲਣਾ, ਔਰ ਕਹੇ ਜਾ ਜਾ ਤੂੰ ਆਪਣੇ ਘਰ ਬੈਠਾ ਅਤੇ ਸੱਚਖੰਡ ਬੈਠ, ਅਸੀਂ ਤਾਂ ਇੱਥੇ ਚੰਗੇ। ਉਹ ਕਹਿੰਦੇ ਮੇਰਾ ਨਾਮ ਜਪੋ, ਮੈਂ ਤੁਹਾਨੂੰ ਬਹੁਤ ਕੁਛ ਦੇਵਾਂਗਾ। ਇਸੇ ਭਾਈ ਜਿੰਨਾ ਸਮਾਂ ਮਿਲੇ ਨਾਮ ਜਪੀਦਾ ਹੁੰਦਾ। ਬਾਣੀ ਪੜ੍ਹਨੀ ਹੁੰਦੀ, ਬਾਣੀ ਪੜ੍ਹੋ, ਕਿਉਂ ਬਾਣੀ ਸਾਨੂੰ ਪ੍ਰੇਰਨਾ, ਬਾਣੀ ਤਾਂ ਪੜ੍ਹਨੀ ਪ੍ਰੇਰਨਾ ਦਿੰਦੀ। ਹੁਣ ਬਾਣੀ ਰਾਹੀਂ ਮੈਂ ਤੁਹਾਨੂੰ ਹਰ ਰੋਜ਼ ਕਹਿੰਦਾ ਨਾਮ ਜਪੋ ਭਾਈ, ਨਾਮ ਜਪੋ, ਨਾਮ ਜਪ। ਬਾਣੀ ਆਹੀ ਕਹਦੀ, ਵਾਰੀ ਵਾਰੀ ਕਹਦੀ ਨਾਮ ਜਪੋ। ਕਿ ਕਿਤੇ ਸਾਰੀ ਉਹਦੀ ਯਾਦ ਸ਼ਕਤੀ ਕਮਜ਼ੋਰ ਹੈ, ਸਾਨੂੰ ਛੇਤੀ ਭੁੱਲ ਭੁਲਾ ਜਾਂਦੀ ਹੈ। ਇੱਕ ਸਾਡੀ ਰੁਚੀ ਨਹੀਂ ਹੈ ਇਹ, ਕਿਉਂਕਿ ਜਦੋਂ ਰੁਚੀ ਪੈਦਾ ਹੋ ਗਈ ਨਾਮ ਜਪ, ਫਿਰ ਤਾਂ ਕੁਛ ਕਹਿਣ ਦੀ ਲੋੜ ਹੀ ਨਹੀਂ ਹੈਗੀ। ਬੱਚਿਆਂ ਦੀ ਖੇਡਣ 'ਚ ਰੁਚੀ ਹੈ, ਤੁਹਾਨੂੰ ਨਹੀਂ ਕਹਿਣਾ ਪੈਂਦਾ ਬੱਚੇ ਖੇਡੋ, ਨੋ। ਉਹਨਾਂ ਨੇ ਕਹਿਣਾ ਬਈ ਆ ਜਾਓ, ਬਹੁਤ ਦੇਰ ਹੋ ਗਈ, ਰੋਟੀ ਖਾ ਲਓ। ਸਿਖਰ ਦੁਪਹਿਰ ਹੁੰਦੇ ਹੈ, ਨਾ ਭੁੱਖ ਲੱਗੇ ਨਾ ਪਿਆਸ ਲੱਗੇ। ਜਦੋਂ ਖੇਡਣ ਤੋਂ ਵਿਹਲੇ ਹੁੰਦੇ ਫਿਰ ਦੋਨੋਂ ਚੀਜ਼ਾਂ ਲੱਗ ਜਾਂਦੀਆਂ, ਭੁੱਖ ਵੀ ਲੱਗਦੀ ਫਿਰ ਪਿਆਸ ਵੀ ਲੱਗਦੀ ਹੈ। ਜਦੋਂ ਸਾਡਾ ਰੱਬ ਨਾਲ ਪਿਆਰ ਪੈਦਾ ਹੋ ਜਾਏਗਾ ਫਿਰ ਤਾਂ ਕਹਿਣ ਦੀ ਲੋੜ ਹੀ ਨਹੀਂ ਪਈ ਨਾਮ ਜਪ। ਫਿਰ ਤਾਂ ਅਸੀਂ ਛੱਡ ਹੀ ਨਹੀਂ ਸਕਦੇ ਨਾਮ। ਕਿਤੇ ਇੱਕ ਵਾਰੀ ਲਾਉਣਾ ਹੈ ਬਸ। ਅੱਜ ਜਿੰਨੇ ਨਸ਼ੇ ਕਰਨ ਵਾਲੇ ਨੇ, ਇਹ ਪਹਿਲਾਂ ਜਦੋਂ ਨਵੇਂ ਨੂੰ ਲਾਉਂਦੇ ਨੇ ਉਹਨੂੰ ਮੁਫਤ ਨਸ਼ਾ ਦਿੰਦੇ।
ਕੋਈ ਪੈਸਾ ਨਹੀਂ ਲੈਂਦੇ। ਜਦੋਂ ਦੇਖਿਆ ਹੁਣ ਇਹ ਲੱਗ ਗਿਆ ਨਸ਼ੇ 'ਤੇ, ਹੁਣ ਕਿ ਚੈੱਕ ਕਰਦੇ ਭਾਂਡੇ ਵੇਚ, ਆਪੇ ਲੱਗਾ ਰਿਹਾ ਹੁਣ ਲੱਗਾ। ਐਂ ਜਿਹੜੇ ਦੂਜੇ ਭਜਨ ਬੰਦਗੀ ਵਾਲੇ ਪਾਸ ਮੈਨੂੰ ਯਾਦ ਹੈ, ਤੁਹਾਨੂੰ ਵੀ ਬਹੁਤ ਸਾਰਾ ਯਾਦ ਹੈ, ਕਿੰਨਾ ਅਸੀਂ ਟੂਰ 'ਤੇ ਲੈ ਕੇ ਜਾਂਦੇ ਹੁੰਦੇ ਸੀ ਸੰਗਤ ਨੂੰ, ਕਦੇ ਕਿਤੇ ਵੀ ਚਾਹ ਜੋ ਇਹ ਇਸ ਪਾਸੇ ਲੱਗ ਜਾਣ। ਹੁਣ ਤੁਸੀਂ ਲੱਗ ਗਏ, ਨਾਲ ਤੁਹਾਡੇ ਕੋਲ ਆਵਾਜਾਈ ਦੇ ਸਾਧਨ ਹੋ ਗਏ ਨੇ। ਉਦੋਂ ਆਵਾਜਾਈ ਦੇ ਸਾਧਨ ਬਹੁਤ, ਕਿਸੇ ਕੋਲ ਕਾਰ ਹੁੰਦੇ ਸੀ, ਟਰੱਕ ਵਾਲੇ ਨੂੰ ਅਸੀਂ ਕਹਿਣਾ ਭਾਈ ਤੈਨੂੰ ਅਸੀਂ ਤੇਲ ਦੇ ਦਾਂਗੇ, ਸੰਗਤ ਨੂੰ ਲੈ ਕੇ ਜਾਣਾ, ਅੱਡ ਥਾਵਾਂ 'ਤੇ ਸੰਗਤ ਨੂੰ ਲੈ ਕੇ ਜਾਣਾ। ਉਹਦਾ ਆਪਾਂ ਹੈ ਵੀ ਜਵਾਨ ਸੀ, ਜਾਂਦੇ ਵੀ ਰਹਿੰਦੇ ਸੀ। ਫਿਰ ਹੌਲੀ ਹੌਲੀ ਕਾਰਾਂ ਹੋ ਗਈਆਂ, ਫਿਰ ਕਈ ਕਹਿੰਦੇ ਜੀ ਅਸੀਂ ਕਾਰ 'ਤੇ ਚਲੇ ਜਾਵਾਂਗੇ, ਤੁਸੀਂ ਟਰੱਕ 'ਤੇ ਚੱਲੋ, ਅਸੀਂ ਮਗਰ ਕਾਰ 'ਤੇ ਆਉਂਦੇ ਹਾਂ। ਹੌਲੀ ਹੌਲੀ ਫਿਰ ਸੰਗਤ ਜਦੋਂ ਚਾੜ 'ਤੇ ਲੱਗ ਗਏ, ਫਿਰ ਆਪੇ ਜਾਂਦੇ ਰਹਿੰਦੇ ਨੇ। ਹੁਣ ਕਹਿਣ ਦੀ ਲੋੜ ਨਹੀਂ ਹੈਗੀ, ਕਿਤੇ ਲਿਜਾਣ ਦੀ ਲੋੜ ਨਹੀਂ ਹੈਗੀ। ਇੱਕ ਵਾਰੀ ਲਾਤ ਹੈ, ਬਸ ਲਾਉਣਾ ਹੀ ਹੁੰਦਾ ਇੱਕ ਵਾਰੀ। ਨਸ਼ਈਆਂ ਤਾਂ ਮੈਂ ਦੇਖਿਆ ਉਹ ਵੀ ਇਸਤਰੀ ਲਾਉਂਦੇ ਨੇ, ਫਿਰ ਇੱਕ ਵਾਰੀ ਨਸ਼ੇ 'ਤੇ ਲੱਗ ਗਿਆ ਨਾ, ਹੁਣ ਲੱਗਾ ਰਿਹਾ। ਅਸੀਂ ਵੀ ਇੱਕ ਵਾਰੀ ਖਰਚਾ ਕਰਕੇ ਟੂਰ ਲਿਜਾ ਕੇ ਸੰਗਤ ਨੇ ਇੱਕ ਵਾਰੀ ਲਾਤ ਹੈ, ਹੁਣ ਸੋਚੋ ਲੱਗੇ ਰਹੋ, ਬਸ ਹੁਣ ਲੱਗੇ ਰਹੋ। ਸੋ ਤਾਂ ਗੁਰੂ ਮਹਾਰਾਜ ਕਹਿੰਦੇ ਤੇਰੇ ਗੁਣ ਅਨੇਕ ਕੀਮਤ ਨੇ ਪਾਏ, ਤੇ ਅਨੇਕਾਂ ਗੁਣ ਨੇ, ਉਹਨਾਂ ਦੀ ਕੀਮਤ ਹੀ ਨਹੀਂ ਪਾਈ ਜਾ ਸਕਦੀ। ਗੁਣ ਹੀ ਅਨੇਕਾਂ ਨੇ। ਜਿਸ ਕੀ ਬਾਣੀ ਤਿਸ ਮਾਹੇ ਸਮਾਣੀ, ਇਹ ਜਿਹਦੀ ਬਾਣੀ ਹੈ ਉਹਦੇ ਵਿੱਚ ਸਮਾਈ ਹੋਈ ਹੈ। ਬਾਣੀ ਤੇ ਉਹ ਅੱਡ ਨਹੀਂ ਹੈਗੇ। ਜਿਵੇਂ ਗੁਰੂ ਤੇ ਪਰਮਾਤਮਾ ਨੂੰ ਅੱਡ ਨਹੀਂ ਗਿਣਿਆ ਗਿਆ ਹੈ। ਗੁਰੂ ਜਿਹੜਾ ਹੈ ਇਹ ਪਰਮਾਤਮਾ ਦਾ ਸਰਗੁਣ ਸਰੂਪ ਗਿਣਿਆ ਗਿਆ ਹੈ। ਪਰਮਾਤਮਾ ਨਿਰਗੁਣ ਸਰੂਪ ਹੈ, ਉਹ ਇਹਨਾਂ ਅੱਖਾਂ ਨਾਲ ਦਿਖਾਈ ਨਹੀਂ ਦਿੰਦਾ। ਹੁਣ ਪਰਮਾਤਮਾ ਨੇ ਆਪਣਾ ਸੁਨੇਹਾ ਆ ਕੇ ਸੰਸਾਰ 'ਚ ਦੇਣਾ ਹੈ, ਇਸ ਲਈ ਉਹਨੂੰ ਸਰਗੁਣ ਹੋਣਾ ਪੈਂਦਾ ਹੈ। ਉਹ ਸਰਗੁਣ ਹੋ ਕੇ ਹੀ ਆਪਣਾ ਸੁਨੇਹਾ ਸਾਨੂੰ ਦੇ ਸਕਦਾ ਹੈ। ਇਸ ਲਈ ਪਰਮਾਤਮਾ ਫਿਰ ਗੁਰੂਆਂ ਦੇ ਰੂਪ ਵਿੱਚ ਸਰਗੁਣ ਹੋ ਕੇ ਮਨੁੱਖਾਂ ਨੂੰ ਸੁਨੇਹੇ ਦਿੰਦਾ ਕਿ ਇਸ ਲਈ ਕਹਿੰਦੇ ਗੁਰ ਪਰਮੇਸ਼ਰ ਇੱਕ ਹੋ ਜਾ, ਕਿ ਉਹਦੇ ਹੀ ਰੂਪ ਹੁੰਦੇ ਆ। ਪਰਮਾਤਮਾ ਦਾ ਉਸ ਗੁਰੂ ਜਿਹੜੇ ਨੇ ਸਰਗੁਣ ਸਰੂਪ ਹੁੰਦੇ, ਪਰਮਾਤਮਾ ਆਪ ਨਿਰਗੁਣ ਸਰੂਪ ਹੈ। ਜਿਸ ਕੀ ਬਾਣੀ ਤਿਸ ਮਾਹੇ ਸਮਾਣੀ, ਜਿਸ ਦੀ ਬਾਣੀ ਹੈ ਇਹ ਉਹਦੇ ਵਿੱਚ ਹੀ ਸਮਾਈ ਹੋਈ ਹੈ। ਤੇਰੀ ਅਕਥ ਕਥਾ ਗੁਰ ਸ਼ਬਦ ਵਖਾਣ, ਹੇ ਪਰਮਾਤਮਾ ਤੇਰੀ ਕਥਾ ਅਕਥ ਹੈ, ਤੇਰੇ ਗੁਣ ਵਰਣਨ ਨਹੀਂ ਕੀਤੇ ਜਾ ਸਕਦੇ। ਗੁਰ ਸ਼ਬਦ ਵਖਾਣੀ, ਗੁਰੂ ਦੇ ਸ਼ਬਦ ਰਾਹੀਂ ਵੀ ਆਹੀ ਪਤਾ ਲੱਗਾ, ਗੁਰਬਾਣੀ ਰਾਹੀਂ ਵੀ ਆਹੀ ਪਤਾ ਲੱਗਾ ਕਿ ਤੇ ਜਿਹੜੀ ਕਥਾ ਹੈ ਇਹ ਅਕਥ ਹੈ, ਤੇਰੇ ਗੁਣ ਵਰਣਨ ਨਹੀਂ ਕੀਤੇ ਜਾ ਸਕਦੇ। ਰਹੋ ਜਹ ਸਤਿਗੁਰ ਤਹ ਸਤ ਸੰਗਤ ਬਣਾਈ, ਜਿੱਥੇ ਗੁਰੂ ਹੋਏਗਾ ਉੱਥੇ ਸਤ ਸੰਗਤ ਵੀ ਹੋਏਗੀ। ਕਿਉਂਕਿ ਜਿੱਥੇ ਸਾਧੂ ਬੈਠਾ ਤਾਂ ਸੰਗਤ ਹੀ ਹੋਈ ਜਾਣੀ। ਫਿਰ ਜਿੱਥੇ ਸਾਧੂ ਹੋਏਗਾ ਉੱਥੇ ਲੋਕਾਂ ਨੇ ਆਉਣਾ ਹੀ ਆਉਣਾ। ਸਾਧੂ ਹੁੰਦੇ ਨੇ ਗੁੜ ਅਤੇ ਲੋਕ ਨੇ ਮੱਖੀਆਂ। ਜਿੱਥੇ ਗੁੜ ਹੋਊਗਾ ਮੱਖੀ ਨੂੰ ਉੱਥੇ ਜਾਣਾ ਹੀ ਜਾਣਾ। ਇੱਕ ਵਾਰੀ ਸੰਤ ਸੁਖਦੇਵ ਸਿੰਘ ਜੀ ਬੈਠੇ, ਉਹ ਵੀ ਢਿੱਲੇ ਬੈਠੇ ਰਹਿੰਦੇ ਅਖੀਰ 'ਚ ਜਾ ਕੇ। ਮੈਂ ਹੁਣ ਇਹ ਬਿਮਾਰ ਨੇ, ਜੇ ਮੈਂ ਪੁੱਛਿਆ ਤਾਂ ਕਿਤੇ ਫੀਲ ਨਾ ਕਰ ਮੈਂ ਬਿਮਾਰ ਹਾਂ ਅਤੇ ਮੈਨੂੰ ਪੁੱਛਦੇ ਨਹੀਂ। ਮੈਂ ਕਿਹਾ ਜੀ ਵੀ ਸੰਤ ਮਹਾਤਮਾ ਕਿਉਂ ਬਿਮਾਰ ਹੁੰਦੇ ਨੇ, ਕਿਉਂ ਬਿਮਾਰ? ਹੱਸ ਪਏ। ਕਹਿੰਦੇ ਪਤਾ ਸੰਤ ਹੁੰਦੇ ਨੇ ਗੁੜ। ਮੈਂ ਹਾਂਜੀ। ਇਹ ਲੋਕ ਨੇ ਮੱਖੀਆਂ। ਮੈਂ ਹਾਂਜੀ। ਕਹਿੰਦਾ ਜੇ ਤੇ ਮੱਖੀਆਂ ਗੁੜ ਖਾਣ ਫਿਰ ਤਾਂ ਕੋਈ ਅਫਸੋਸ ਨਹੀਂ, ਪਰ ਇਹ ਗੁੜ ਖਾਂਦੇ ਨਾਲ ਉੱਤੇ ਟੱਟੀ ਵੀ ਕਰਦੀਆਂ ਨੇ, ਉਹ ਗੁੜ ਨੂੰ ਮੈਲਿਆਂ ਕਰ ਦਿੰਦੀਆਂ। ਲੋਕ ਸਾਡੇ ਤੋਂ ਫਾਇਦਾ ਉਠਾਉਂਦੇ ਨੇ, ਪਰ ਆਪਣੀ ਬਿਮਾਰੀ ਨਾਲ ਸਾਨੂੰ ਵੀ ਦੇ ਜਾਂਦੇ ਨੇ ਵੀ ਤੂੰ ਕਿੱਥੇ ਬਚ ਜਾਏਗਾ। ਹੁਣ ਬਿਮਾਰੀ ਤੋਂ ਬਚੇ ਕਹਿੰਦੇ ਦੂਰ ਹੀ ਰੱਖੋ, ਦੂਰ। ਕਹਿੰਦੇ ਮਾਸਟਰ ਜੀ ਸੰਸਾਰ ਮੱਖੀ ਹੈ, ਸਾਧੂ ਗੁੜ ਹੁੰਦਾ ਹੈ।
ਜੇ ਮੱਖੀਆਂ ਗੁੜ ਖਾਣ ਤਾਂ ਕੋਈ ਗੱਲ ਨਹੀਂ, ਪਰ ਮੱਖੀਆਂ ਗੁੜ ਵੀ ਖਾਂਦੀਆਂ ਨਾਲ ਉਹਦੇ ਨਾਲ ਟੱਟੀ ਵੀ ਕਰਦੀ ਰਹਿੰਦੀ, ਦੇਖ ਕਦੇ ਕੁਝ ਸਮੇਂ ਗੁੜ ਤੋਂ ਕਾਲਾ ਹੋ ਜਾਂਦਾ। ਦੂਜੀ ਇਹਨਾਂ ਉਦਾਹਰਨ ਦਿੱਤੇ, ਕਹਿੰਦੇ ਇੱਕ ਵਾਰੀ ਸਾਧੂ ਜਿਹੜਾ ਸੀ ਇੱਕ ਜੰਗਲ 'ਚ ਬੈਠਾ ਤਪੱਸਿਆ ਕਰਦਾ ਹੁੰਦਾ ਸੀ। ਰਾਜਾ ਸ਼ਿਕਾਰ ਖੇਡਣ ਲਈ ਨਿਕਲਿਆ, ਅੱਗੇ ਉਹਨੂੰ ਹਿਰਨ ਦਿਸ ਗਿਆ। ਉਹਨੇ ਜਿਉਂ ਘੋੜਾ ਹਿਰਨ ਦੇ ਮਗਰ ਭਜਾਇਆ, ਇਹ ਹਿਰਨ ਤਾਂ ਅੱਖੋਂ ਓਲੇ ਹੋ ਗਏ। ਰਾਜਾ ਉਹਨੂੰ ਲੱਭਦੇ ਰਿਹਾ ਕਿੰਨੀ ਦੇਰ, ਅਖੀਰ ਨੂੰ ਸਿਖਰ ਦੁਪਹਿਰ ਹੋ ਗਈ। ਰਾਜੇ ਨੂੰ ਪਿਆਸ ਲੱਗੀ। ਹੁਣ ਕਈ ਵਾਰੀ ਪਿਆਸ ਇੰਨੀ ਲੱਗਦੀ ਹੈ ਜਾਨ ਨਿਕਲਦੀ ਹੈ। ਹੁਣ ਜੰਗਲ 'ਚ ਕਿਤੇ ਪਾਣੀ ਨਹੀਂ ਦਿਸਦਾ। ਫਿਰਦਿਆਂ ਉਹਨੂੰ ਇੱਕ ਸਾਧੂ ਦਿਸ ਗਿਆ ਰਾਜੇ ਨੂੰ। ਉਹਨੇ ਕਿਹਾ ਸਾਧੂਆਂ ਕੋਲ ਜ਼ਰੂਰ ਪਾਣੀ ਹੁੰਦਾ, ਕਿ ਉਹ ਜੰਗਲਾਂ 'ਚ ਬੈਠੇ ਪਾਣੀ ਰੱਖਣ। ਸਾਧੂ ਹਮੇਸ਼ਾ ਉਂਝ ਵੀ ਪਾਣੀ ਕੋਲ ਰੱਖਦੇ ਨੇ। ਮੈਂ ਵੀ ਤੁਹਾਨੂੰ ਇਸ ਲਈ ਕਰਾਂ, ਜਦੋਂ ਵੀ ਪਾਠ ਕਰੋ ਸਾਹਮਣੇ ਜਲ ਰੱਖੋ, ਕੌਲੀ 'ਚ ਰੱਖ ਲਓ, ਬਾਟੀ 'ਚ ਰੱਖ ਲਓ, ਗੜਵੀ 'ਚ ਰੱਖ ਲਓ, ਤੁਹਾਡੇ ਆਪਣੀ ਮਰਜ਼ੀ ਹੈ। ਪਾਣੀ ਵੱਲ ਮੂੰਹ ਕਰਕੇ ਤੁਸੀਂ ਪਾਠ ਕਰੋ, ਉਹਦੇ ਨਾਲ ਕੀ ਹੋਏਗਾ, ਉਹ ਪਾਣੀ ਅੰਮ੍ਰਿਤ ਬਣ ਜਾਏਗਾ। ਹੁਣ ਦੇਖੋ, ਗੁਰੂ ਮਹਾਰਾਜ ਨੇ ਦਸਮ ਪਾਤਸ਼ਾਹ ਨੇ ਪਾਣੀ 'ਚ ਪਤਾਸੇ ਘੋਲ ਲਏ, ਉਹ ਤਾਂ ਹੋ ਗਿਆ ਸ਼ਰਬਤ। 5 ਬਾਣੀਆਂ ਦਾ ਜਦੋਂ ਪਾਠ ਕੀਤਾ ਨਾ, ਪਾਣੀ 'ਚ ਟਿਕੀ ਲਾ ਕੇ, ਉਹ ਜਦੋਂ ਬਾਣੀਆਂ ਪਾਣੀ 'ਚ ਘੁਲੀਆਂ ਨਾ, ਉਹ ਪਾਣੀ 'ਤੇ ਅੰਮ੍ਰਿਤ ਹੋ ਗਿਆ। ਇਸ ਲਈ ਜਦੋਂ ਘਰ ਵੀ ਪਾਠ ਕਰੋ, ਤੁਸੀਂ ਬੈਠੇ ਹੋ, ਜਲ ਰੱਖ ਲਓ, ਜਲ ਵੱਲ ਮੂੰਹ ਕਰਕੇ, ਚਾਹੇ ਮਨ 'ਚ ਪੜ ਕੇ ਦਿਓ, ਕੋਈ ਗੱਲ ਨਹੀਂ ਹੁੰਦੀ, ਕਿਉਂਕਿ ਬਾਣੀ ਨੇ ਨਾ ਤਰੰਗਾਂ ਰਾਹੀਂ, ਵੇਵਜ਼ ਰਾਹੀਂ ਉੱਥੇ ਪਹੁੰਚ ਜਾਣਾ। ਸਾਡੇ ਇੱਕ ਥਾਂ ਤੋਂ ਵਿਚਾਰ ਦੂਜੀ ਥਾਂ 'ਤੇ ਵੇਵਜ਼ ਰਾਹੀਂ ਪਹੁੰਚੇ, ਬੋਲੋ ਚਾਹੇ ਨਾ ਬੋਲੋ। ਤੁਸੀਂ ਮਨ 'ਚ ਕਿਸੇ ਨੂੰ ਯਾਦ ਕੀਤਾ, ਕਦੇ ਕਦੇ ਤੁਹਾਨੂੰ ਐਂ ਲੱਗਦਾ ਤੁਸੀਂ ਨਾ ਇੱਕਦਮ ਉਦਾਸ ਹੋ ਜਾਂਦੇ ਹੋ। ਤੁਹਾਨੂੰ ਇਹਦਾ ਸੁੱਖ ਹੋਵੇ ਸਹੀ, ਕੋਈ ਨਜ਼ਦੀਕੀ ਪਰਿਵਾਰ 'ਚ ਕੋਈ ਬਿਮਾਰ ਨਾ ਹੋਵੇ ਜਿਹੜਾ ਵੀ ਇੱਕਦਮ ਮਨ ਉਦਾਸ ਹੋ ਗਿਆ, ਤੁਸੀਂ ਫਿਰ ਟੈਲੀਫੋਨ ਕਰਦੇ ਹੋ, ਹਾਂਜੀ ਠੀਕ ਠਾਕ ਹੋ ਜੀ ਫਲਾਣਾ। ਉਹ ਕਹਿੰਦਾ ਨਾ ਜੀ ਮੈਂ ਤਾਂ ਇਸ ਵੇਲੇ ਹਸਪਤਾਲ ਦਾਖਲਾ, ਮੈਂ ਤਾਂ ਬਹੁਤ ਦੁਖੀ ਹਾਂ। ਕਿਉਂ? ਉਹ ਯਾਦ ਹੈ, ਬਿਮਾਰ ਨੇ ਤੁਹਾਨੂੰ ਯਾਦ ਕੀਤਾ, ਉਹ ਯਾਦ ਰਾਹੀਂ ਹੀ ਤੁਹਾਡੇ 'ਤੇ ਅਸਰ ਹੋ ਗਿਆ ਅਤੇ ਤੁਸੀਂ ਉਦਾਸ ਹੋ ਗਏ। ਇਹ ਸਾਡੇ ਜਿਹੜਾ ਵਿਚਾਰਾਂ ਰਾਹੀਂ ਦੂਜੇ, ਸਾਡੇ ਵਿਚਾਰ ਦੂਜੇ ਤੱਕ ਪਹੁੰਚਦੇ, ਬੋਲੀਏ ਨਾ ਬੋਲੀਏ। ਇਸ ਤਰ੍ਹਾਂ ਤੁਸੀਂ ਮਨ 'ਚ ਬਾਣੀ ਪੜ੍ਹ ਰਹੇ ਹੋ, ਮੂੰਹ ਤੁਹਾਡਾ ਪਾਣੀ ਵੱਲ ਹੈ, ਬਸ ਉਹ ਬਾਣੀ ਨੇ ਪਾਣੀ 'ਚ ਪ੍ਰਵੇਸ਼ ਕਰਨਾ, ਪਾਣੀ ਦੇ ਸੁਭਾਅ ਨੂੰ ਬਦਲ ਦੇਣਾ। ਜਿਹੜਾ ਉਹ ਪਾਣੀ ਪੀਗਾ ਉਹਦਾ ਵੀ ਸੁਭਾਅ ਬਦਲ ਜਾਏਗਾ, ਉਹਦਾ ਸੁਭਾਅ ਬਦਲ ਜਾਏਗਾ। ਉਹ ਜੀ ਮੇਰਾ ਮੁੰਡਾ ਅੱਖੇ ਨਹੀਂ ਲੱਗਦਾ ਜੀ, ਆ ਲੈ ਪਈ, ਆ ਲੈ ਬਾਣੀ, ਇਹਦੇ 1 ਘੰਟਾ ਜਾਪ ਕਰੀ ਪਾਣੀ ਵੱਲ ਮੂੰਹ ਕਰਕੇ, ਫਿਰ ਪਾਣੀ ਢੱਕ ਕੇ ਰੱਖ ਦੇ। ਅਤੇ ਗੁਰੂ ਨਾਨਕ ਕਹੀ ਵੀ ਸੱਚੇ ਪਾਤਸ਼ਾਹ ਮੇਰਾ ਮੁੰਡਾ ਜਿਹੜਾ ਹੈ ਪੜ੍ਹਾਈ 'ਚ ਹੁਸ਼ਿਆਰ ਹੋਵੇ ਅਤੇ ਮਾਂ ਪਿਓ ਦੇ ਆਖੇ ਲੱਗੇ, ਇੱਕ ਪਾਣੀ ਢੱਕ ਕੇ ਰੱਖ ਦੇ। ਫਿਰ ਜੋ ਰੋਟੀ ਮੰਗੇਗਾ ਉਹਨੂੰ ਦੱਸੀ ਨਾ ਤੇਰੇ ਲਈ ਪਾਠ ਕੀਤਾ, ਉਹਨੂੰ ਪਾਣੀ ਪਿਲਾਈ ਜਾਓ। ਮਹੀਨੇ 2 ਮਹੀਨੇ 'ਚ ਉਹ ਪੜ੍ਹਨ ਵੀ ਲੱਗ ਜਾਏਗਾ ਅਤੇ ਤੁਹਾਡਾ ਬੋਲਣ ਵੀ ਲੱਗ ਜਾਏਗਾ। ਕਿਉਂ? ਤੁਸੀਂ ਬਾਣੀ ਪਾਣੀ 'ਚ ਗਈ, ਉਹ ਬਾਣੀ ਨੇ ਪਾਣੀ ਰਾਹੀਂ ਉਸ 'ਤੇ ਅਸਰ ਕੀਤਾ, ਉਹਦੇ ਵਿਚਾਰ ਬਦਲ ਗਏ। ਬਾਣੀ ਨੂੰ ਵਿਚਾਰ ਬਦਲਦੇ ਹੁੰਦੇ, ਆਪਣੇ ਵਿਚਾਰ 'ਚ ਪ੍ਰਵੇਸ਼ ਕਰਨਾ, ਤੁਹਾਡੇ ਵਿਚਾਰਾਂ ਨੂੰ ਕੱਟ ਕੇ। ਇਸ ਲਈ ਜਦੋਂ ਅਸੀਂ ਆਪਣੇ ਲਈ ਕਰਦੇ ਤਾਂ ਕਿੰਨਾ ਅਸਰ ਹੁੰਦਾ ਹੈ, ਕਿ ਜਦੋਂ ਅਸੀਂ ਕਿਸੇ ਲਈ ਕਰਦੇ ਤਾਂ ਵੀ ਉਹਦਾ ਭਲਾ ਹੁੰਦਾ ਹੈ, ਤਾਂ ਵੀ ਉਹਦਾ ਭਲਾ ਹੁੰਦਾ ਹੈ। ਇਹੀ ਕਾਰਨ ਹੈ ਕਿ ਸਿੱਖ ਧਰਮ ਦੇ ਵਿੱਚ ਬਹੁਤੇ ਗੁਰਦੁਆਰਾ ਸਾਹਿਬਾਨ ਜਿਹੜੇ ਖਾਸ ਕੇ ਗੁਰੂਆਂ ਨੇ ਬਣਾਏ, ਉਹ ਸਰੋਵਰਾਂ ਦੇ ਕੰਢਿਆਂ 'ਤੇ ਨੇ, ਜਾਂ ਸਰੋਵਰ ਦੇ ਵਿੱਚ ਨੇ ਜਾਂ ਸਰੋਵਰ ਦੇ ਕੰਢਿਆਂ 'ਤੇ ਨੇ। ਵੀ ਸਾਰੇ ਦਿਨ ਗੁਰਦੁਆਰੇ ਜਿਹੜਾ ਹੈ ਪਾਠ ਕੀਰਤਨ ਕਥਾ ਹੁੰਦੀ ਰਹਿੰਦੀ ਹੈ, ਉਹ ਬਾਣੀ ਉਸ ਪਾਣੀ 'ਚ ਪ੍ਰਵੇਸ਼ ਕਰਦੀ ਰਹਿੰਦੀ ਸਰੋਵਰ ਦੇ ਵਿੱਚ। ਤਾਂ ਹੀ ਤੁਸੀਂ ਚੁਲੀਆਂ ਭਰਦੇ ਹੋ ਨਾ, ਸਰੋਵਰ ਦੇ ਪਾਣੀ ਦੀਆਂ ਚੁਲੀਆਂ ਤੁਸੀਂ ਕਿਉਂ ਭਰਦੇ ਹੋ? ਉਹਨੂੰ ਅੰਮ੍ਰਿਤ ਕਿਉਂ ਸਮਝਦੇ ਹੋ? ਕਿਉਂਕਿ ਸਾਰਾ ਦਿਨ ਬਾਣੀ ਜਿਹੜੀ ਹੈ ਉਸ ਪਾਣੀ ਦੇ ਵਿੱਚ ਘੁਲਦੀ ਰਹੀ ਅਤੇ ਉਸ ਪਾਣੀ ਦੇ ਸੁਭਾਅ ਨੂੰ ਅੰਮ੍ਰਿਤ ਬਣਾਤਾ ਹੈ, ਤਾਂ ਤੁਸੀਂ ਸਰੋਵਰ 'ਚ ਚੁਲੀਆਂ ਭਰਦੇ। ਹੁਣ ਜਿਹੜੇ ਛੱਪੜ ਨੇ ਉੱਥੇ ਕੋਈ ਨਹੀਂ ਬਾਣੀ ਪੜ੍ਹਦਾ, ਉੱਥੋਂ ਕੌਣ ਚੁਲੀਆਂ ਭਰਦਾ?
ਸਰੋਵਰ ਤੋਂ ਹੀ ਭਰਦੇ ਨੇ ਵੀ ਲਗਾਤਾਰ ਬਾਣੀ ਦਾ ਪ੍ਰਵਾਹ ਚੱਲਦਾ ਰਹਿੰਦਾ ਹੈ। ਜਿੱਥੇ ਸਾਧੂ ਬੈਠੇ ਹੁੰਦੇ ਨੇ, ਜਦ ਤੁਸੀਂ ਉਹਨਾਂ ਦੇ ਏਰੀਏ 'ਚ ਆਉਂਦੇ ਨਾ, ਕਿਉਂ ਉਹਨਾਂ 'ਚ ਲਗਾਤਾਰ ਨਾ ਵੇਵਜ਼ ਨਾਮ ਦੀਆਂ ਨਿਕਲਦੀਆਂ ਨੇ, 15-15, 20-20 ਫੁੱਟ, 50-50 ਫੁੱਟ ਤੱਕ ਜਿੰਨੀ ਉਸਦੀ ਕਮਾਈ ਆ ਦੂਰ ਤੱਕ ਉਹ ਅਸਰ ਕਰਦੀਆਂ ਨੇ। ਜਦੋਂ ਤੁਸੀਂ ਉਹ ਔਰਾ ਉਹਨੂੰ ਕਹਿੰਦੇ, ਜਦੋਂ ਉਸ ਦੇ ਵਿੱਚ ਤੁਸੀਂ ਉਸ ਹਿੱਸੇ 'ਚ ਪ੍ਰਵੇਸ਼ ਕਰਦੇ ਹੋ, ਇੱਕਦਮ ਤੁਹਾਡੇ ਮਨ ਨੂੰ ਸ਼ਾਂਤੀ ਮਿਲਦੀ, ਤੁਹਾਡੇ ਮੂੰਹ ਸਹਿਜ ਸੁਭਾਈ ਵੈਗਰੂ ਵੈਗਰੂ ਨਿਕਲਣਾ ਸ਼ੁਰੂ ਹੋ ਜਾਂਦਾ। ਕਿਉਂ? ਉਸ ਵਾਤਾਵਰਨ 'ਚ ਤੁਸੀਂ ਆ ਗਏ ਹੋ। ਮੈਂ ਕਈ ਵਾਰੀ ਕਹਿੰਦਾ, ਕੋਈ ਸਾਧੂ ਹੈ ਉਹਨੂੰ ਕੋਟ ਪੈਂਟ ਪਵਾ ਦਿਓ, ਇੱਕ ਡਾਕੂ ਹੈ ਉਹਨੂੰ ਚੋਲਾ ਪਵਾ ਦਿਓ, ਵਾਰੀ ਵਾਰੀ ਦੋਨਾਂ ਨੂੰ ਤੁਹਾਡੇ ਕੋਲੋਂ ਲੰਘਾਓ, ਤੁਹਾਨੂੰ ਨਹੀਂ ਪਤਾ ਇਹ ਕੌਣ ਨੇ। ਕੋਟ ਪੈਂਟ ਵਾਲਾ ਕੋਲੋਂ ਲੰਘਿਆ, ਤੁਸੀਂ ਇੱਕਦਮ ਜਿਹੜਾ ਹੈ ਤੁਹਾਡੇ ਮਨ 'ਤੇ ਅਸਰ ਹੋਏਗਾ, ਬੈਡ ਵੀ ਹੈ। ਜੇ ਬੰਦਾ ਡਰ ਜਾਂਦਾ ਨਾ, ਐਂ ਤਾਂ ਨਾ ਹੋਊ। ਹਾਲਾਂਕਿ ਉਹਨੇ ਚੋਲਾ ਪਾਇਆ ਹੋਇਆ ਹੈ, ਹਾਲਾਂਕਿ ਡਾਕੂ ਨੇ ਚੋਲਾ ਪਾਇਆ ਹੋਇਆ ਹੈ, ਉਹ ਚੋਲੇ ਵਾਲਾ ਹੈ ਤੇ ਡਾਕੂ ਨਾ। ਜਦ ਤੁਹਾਡੇ ਕੋਲ ਲੰਘਿਆ, ਉਹ ਤਾਂ ਡਾਕੂ ਹੈ, ਉਹ ਤਾਂ ਜ਼ਾਲਮ ਹੈ। ਉਹਦੇ ਵਿੱਚ ਜਿਹੜੀਆਂ ਲਹਿਰਾਂ ਜੇ ਤੁਹਾਨੂੰ ਟਕਰਾਉਣਗੇ, ਤੁਸੀਂ ਇੱਕਦਮ ਡਰ ਜਾਓਗੇ। ਦੇਖੋਗੇ ਯਾਰ, ਹੈ ਤੇ ਸਾਧੂ ਪਰ ਡਰ ਲੱਗਦਾ ਹੈ ਦੇਖਣ ਨੂੰ ਸਾਧੂ। ਅਤੇ ਜਦੋਂ ਸਾਧੂ ਨੂੰ ਕੋਟ ਪੈਂਟ ਪਾ ਕੇ ਲੰਘਾਓ ਕੋਲ, ਹੈ ਤੇ ਸਾਧੂ ਨੇ ਭਾਵੇਂ ਕੋਟ ਪੈਂਟ ਪਾਇਆ, ਮਨ ਨੂੰ ਸ਼ਾਂਤੀ ਮਿਲੇਗੀ। ਕਿਉਂ? ਹਰ ਇੱਕ ਇਨਸਾਨ ਦੇ ਵਿੱਚੋਂ ਸਾਇੰਸ ਜਿਹੜੇ ਥੋੜ੍ਹਾ ਬਹੁਤਾ ਪੜ੍ਹਨ ਪਤਾ, ਅਲਫਾ ਬੀਟਾ ਥੀਟਾ ਗਾਮਾ ਰੇਜ਼ ਹੁੰਦੀਆਂ ਨੇ। ਕੁਝ ਰੇਜ਼ ਗੁੱਡ ਨੇ, ਕੁਝ ਬੈਡ ਨੇ। ਫਿਰ ਜਿਹੋ ਜਿਹਾ ਬੰਦਾ ਹੁੰਦਾ, ਉਹਦੇ ਵਿੱਚ ਉਹੋ ਜਿਹੀਆਂ ਵੇਵਜ਼ ਨਿਕਲਦੀਆਂ, ਰੇਜ਼ ਨਿਕਲਦੀਆਂ, ਉਹ ਸਾਡੇ 'ਤੇ ਇਫੈਕਟ ਕਰਦੀਆਂ। ਇਸ ਲਈ ਸਾਡੇ ਕੁਝ ਗੁੱਡ, ਕੁਝ ਬੈਡ ਅਸਰ ਹੁੰਦਾ। ਤਾਂ ਹੀ ਕਹਿੰਦੇ ਸਾਧੂ ਹੋਵੇ ਸਹੀ, ਤੁਸੀਂ ਸਾਧੂ ਕੋਲ ਬੈਠ ਜਾਓ, ਚਾਹੇ ਚੁੱਪ ਹੈ, ਕੋਈ ਗੱਲ ਨਹੀਂ, ਤਾਂ ਵੀ ਤੁਹਾਡੇ ਮਨ ਨੂੰ ਸ਼ਾਂਤੀ ਆ ਜਾਏਗੀ। ਕਿਉਂ? ਉਹ ਹੈ ਹੀ ਸ਼ਾਂਤ, ਸ਼ਾਂਤੀ ਦੀਆਂ ਲਹਿਰਾਂ ਉਹਦੇ ਵਿੱਚੋਂ ਨਿਕਲਦੀਆਂ ਰਹਿੰਦੀਆਂ। ਤੁਸੀਂ ਬੈਠੇ ਰਹੋ ਤਾਂ ਬੜਾ ਚੰਗਾ ਲੱਗੇਗਾ, ਯਾਰ ਇੱਥੇ ਹੀ ਬੈਠੇ ਰਹੋ, ਹੋਰ 2 ਘੜੀਆਂ ਹਨ, ਸ਼ਾਂਤੀ ਮਿਲਦੀ। ਇਹ ਫਰਕ ਹੈ। ਅਤੇ ਆਪਣੇ ਆਪ ਨੂੰ ਨਾਮ ਜਪ 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 ਕੇ ਕਿਉਂ ਨਹੀਂ ਐਸੀ ਸਥਿਤੀ ਪੈਦਾ ਕਰ ਲੈਂਦੇ ਬਈ? ਉਹ ਸਾਧੂ ਕਿਵੇਂ ਬਣੇ? ਨਾਮ ਜਪ ਜਪ ਕੇ ਬਣੇ ਨਾ। ਅਤੇ ਤੁਸੀਂ ਵੀ ਨਾਮ ਜਪ ਜਪ ਕੇ ਬਣ ਸਕਦੇ ਹੋ, ਇਸ ਕਿਹੜੀ ਗੱਲ ਹੈ? ਤੁਸੀਂ ਵੀ ਤਾਂ ਨਾਮ ਜਪ ਜਾਓ। ਸਾਧੂ ਕੌਣ ਬਣ? ਜਿਹੜਾ ਨਾਮ ਜਪਦਾ ਹੈ। ਉਹ ਨਾਮ ਜਪ 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 ਕੇ ਸਾਧੂ ਬਣੇ। ਤੁਸੀਂ ਵੀ ਨਾਮ ਜਪ 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 ਕੇ ਸਾਧੂ ਬਣ ਜਾਓ। ਹਾਂ, ਉਹ ਕਹੇ ਰਾਜਾ, ਜੇ ਰਾਜੇ ਨੇ ਦੇਖਿਆ ਵੀ ਸਾਧੂ ਬੈਠੇ, ਇਹਦੇ ਕੋਲ ਪਾਣੀ ਹੋ, ਰਾਜਾ ਚਲੇ ਗਿਆ। ਸਾਧੂ ਸਮਾਧੀ ਬੈਠਾ, ਪਾਣੀ ਤਾਂ ਅੱਗੇ ਪਿਆ ਕਮੰਡਲ। ਰਾਜਾ ਬਹਿ ਗਿਆ, ਕਿੰਨੀ ਦੇਰ ਉਡੀਕਦਾ ਕਰਦਾ ਰਿਹਾ। ਕਹਿੰਦੇ ਯਾਰ, ਇਹ ਤਾਂ ਪਤਾ ਨਹੀਂ ਕਦੋਂ ਸਮਾਧੀ ਖੁੱਲ੍ਹੇ, ਅਤੇ ਮੇਰੀ ਤਾਂ ਜਾਨ ਨਿਕਲਦੀ ਹੈ। ਉਹਨੇ ਜਿਹੜਾ ਹੈ ਉਹ ਸਾਧੂ ਦਾ ਪਾਣੀ ਪੀ ਲਿਆ, ਕੁਝ ਵਿੱਚੋਂ ਪਾਣੀ ਪੀ ਲਿਆ। ਵਾਪਸ ਆਉਣ ਲੱਗੇ ਅਤੇ ਇੰਨੇ ਚਿਰ ਨੂੰ ਜਿਹੜੇ ਨੌਕਰ ਸਨ ਉਹ ਰਾਜੇ ਦੇ, ਉਹ ਪਾਣੀ ਲੈ ਕੇ ਆ ਗਏ। ਰਾਜੇ ਨੇ ਸੋਚਿਆ ਵੀ ਸਾਧੂ ਨੂੰ ਹੋਊਗਾ ਵੀ ਮੇਰਾ ਪਾਣੀ ਕੌਣ ਪੀ ਗਿਆ। ਉਹਨੇ ਰਾਜੇ ਨੇ ਆਪਣਾ ਪਾਣੀ ਓਨਾ ਹੀ ਉਹਦੇ ਕਮੰਡਲ 'ਚ ਪਾਤਾ। ਹੁਣ ਰਾਜੇ ਨੇ ਸਾਧੂ ਦਾ ਪਾਣੀ ਪੀ ਲਿਆ, ਅਤੇ ਜਦੋਂ ਸਾਧੂ ਸਮਾਧੀ 'ਚ ਉੱਠਿਆ, ਉਹਨੇ ਰਾਜੇ ਦਾ ਪਾਣੀ ਪੀ ਲਿਆ, ਕਮੰਡਲ ਪਾਇਆ ਸੀ। ਹੁਣ ਰਾਜੇ ਦੇ ਮਨ 'ਚ ਘਰ ਜਾ ਕੇ ਆਉਂਦਾ ਹੈ ਵੀ ਯਾਰ ਕੀ ਤੂੰ ਐਵੇਂ ਵਕਤ ਨੂੰ ਫੜਿਆ ਹੋਇਆ ਹੈ। ਉਹ ਦੇਖ ਸਾਧੂ ਕਿੰਨੇ ਆਨੰਦ 'ਚ ਸੀ, ਕਿੰਨੇ ਵੀ ਤੂੰ ਸਾਧੂ ਬਣ ਜਾ। ਰਾਜ ਬਣ ਚਾਹੇ ਤਾਂ ਤੂੰ ਸਾਧੂ ਬਣ, ਦਫਾ ਕਰ ਰਾਜ ਭਾਗ ਨੂੰ। ਸਾਧੂ ਨੂੰ ਰਾਤ ਨੂੰ ਖਿਆਲ ਆਉਂਦਾ ਹੈ ਵੀ ਇੱਥੇ ਬੈਠੇ ਰਹਿੰਦੇ ਹਾਂ ਜੰਗਲਾਂ 'ਚ ਯਾਰ, ਕਦੇ ਰਾਜ ਹੀ ਨਹੀਂ ਕਰਕੇ ਵੇਖੇ ਵੀ ਕਿਹੋ ਜਿਹਾ ਹੁੰਦਾ। ਮੈਂ ਰਾਜੇ ਕੋਲ ਜਾਂਦਾ ਵੀ ਮੈਨੂੰ ਜੀ 1 ਦਿਨ ਦਾ ਰਾਜ ਦੇ ਦਿਓ, ਮੈਂ ਕਰਕੇ ਵੇਖਣੇ ਕਿਹੋ ਜਿਹਾ ਹੁੰਦਾ। ਅਤੇ ਰਾਜਾ ਚੱਲ ਪਿਆ ਸਾਧੂ ਕੋਲ ਕਿ ਮੈਂ ਸਾਧੂ ਬਣਨਾ। ਰਾਜ ਦੋਨੋਂ ਮਿਲ ਪਏ, ਕਹਿੰਦੇ ਰਾਜ ਕੇ ਦੋਨੋਂ ਮਿਲ ਪਏ। ਉਹ ਕਹਿੰਦੇ ਸਾਧੂ ਕਹਿੰਦਾ ਰਾਜਨ ਕਿੱਥੇ ਚੱਲਿਓ? ਰਾਜਾ ਕਿ ਮੈਂ ਤੁਹਾਨੂੰ ਮਿਲਣ ਚੱਲਿਆ ਸੀ। ਕਿਉਂ? ਕਹਿੰਦਾ ਮੇਰਾ ਜੀਅ ਕਰਦਾ ਮੈਂ ਸਾਧ ਬਣ ਜਾ। ਰਾਜਾ ਕਹਿੰਦਾ ਮਹਾਤਮਾ ਤੁਸੀਂ ਕਿੱਥੇ ਚੱਲੇ? ਕਹਿੰਦੇ ਮੈਂ ਤੁਹਾਨੂੰ ਮਿਲਣ ਚੱਲਿਆ ਸੀ।
कहते क्यों? कहते मेरा जी कहते मैं राजा बन जा। साधु सियाणा सी, उन्हें सोचा बई राजा साधु बनना चाहता है तो मैं राजा बनना चाहता, गल तो कोई है ना। कहते बैठो राजन, बह गए उत्थे। उन साधु को कोई नहीं सी पता भी कल राजा आया। कहते जी कल तुसी सारा दिन की करते रहे? साधु कहते वो राजा कहता मैं तो इत्थे शिकार जंगल च खेडण आया सी, मैनू लग गई बहुत ज़्यादा प्यास, मैं तुहाडे कोल आया, तुसी समाधि स्थित सी, कितनी देर मैं उड़ीकदा, मेरी जान निकल लगी। मैं क्या चल महात्मा नाराज़ ही हो लेगा, पानी पी के जान ते बचाई। कहते मैं तुहाडा पानी पी लिया, इन्ने चिर मेरा पानी आ गया, जिन्ना तुहाडा पानी पीता सी मैं वो मैं तुहाडे एक मंडल च पा के पूरा करता। साधु कहता ओहो हुण गल समझ आई, मैं तुहाडा पानी पी लिया जिस करके मेरा राजा बनने नूं जी कीता, तुसीं मेरा पानी पी लिया इसलिए तुहाडा साधु बनने नूं जी कीता। इन्ना फर्क है, झूठे पानी झूठे अड्ड दा इन्ना फर्क होंदा। एवें नहीं साधुआं दा जिहड़ा झूठा खांदे पींदे लोग इसलिए खांदे। पहला मैनूं नहीं सी पता। मैं एक महात्मा दे कोल बैठे घर च प्रोग्राम से उन्हों दा, उन्हें मैनू भी सद्या सी, लंगर छकन लगे। वो तो बाटियां भर के देती उन्होंने, दाल दी सब्जी दी। मैं यार अब महात्मा इन्नी खाऊ? उन्हें अपना जड़ा है 2-4 चमच वो खाधे, 2-4 जो बुड़ के बाकी सारी छड़ती। मेरे मन च है मैं यार कहते झूठ नहीं छड्डना चाहिए, इन्हें तो इन्ना छड़ता है। चलो जी वो खाटे मैनू कहते भी बाबा तुसी भी छक लो। वो मेरे की बाटियां भर के रख दियाँ। मैं भाई मैं तो नहीं इन्ना खांदा। गल नहीं कह तू जिन्ना खाना खा लो बाकी असी खा लांगे। फिर मैनू समझ आई भी ओहो वो ताम वो महात्मा के भर के रखियाँ भी असी सीत प्रसाद असी फिर खावांगे, फिर खावांगे। तो मैनू तो जो ब्याह मेरा होया मिसेज ने ज़्यादा मैनू दाल सब्जी पाती। मैं जी मैं तो इन्नी कदे खाधी नहीं, कढ़ लो। कहने जिनी तुसी खानी खा लो बाकी मैं खा लाँगी। तुसी हैरान हो गए सुन के। मैं तुसी मेरा जूठा खाओगे? कि मैं 78 साल की उम्र मैं कदे कदे जूठा खाधा ही नहीं। एक महात्मा में मिलन गया, वो चाह पी रहे सी, मेरे सत्कार वजह प्यार वजह ना वो बाकी कहते लो जी बाबा तुसी चाह पी लो। मैं कहता झूठी है। मैनू एकदम आ गया, मैं बाबा जी मैं तो हुणे ही चाह पी के तुरया आ रहा। चलो जी उन्हें अपनी पी ली। इन्ना शुक्र है, मैं शुक्र करदा दाते दा भी जदों मैं अमृत छकिया उदों मैंने गल ही भुल गई। उदों मैनू गल ही भुल गई। तू तो कदे किते जूठा खाधा पीता नहीं। उठे लाइन च खड़े सी ना, बटा लाया ने, मूँह लाया, मैं भी लाया ना। वो बाहर घर आके मैनू पता लगा, मैं जे किते मेरे मन च हो सकदा तो उठ के आ जांदा। मैं अज भी मेरा जूठा खाण जी नहीं करता, पर संगत कहती भी बाबा जी कोई किन्ने। फिर हौली हौली मैनू पता लग गया भी ज़्यादा तां पा के दिंदे ने, विचों बाबा जिन्नी खानी खा लेंगे बाकी असीं परिवार सारा रल के खा लेंगे। तां कहंदे मास्टर जी संसार साढ़े तो लाभ उठांदा है, पर संसार अपनी बीमारियां भी सानू दे जांदा है। जिवें साधु ते राजे दा कहते इस तरह संसार सानू तां साधु नूं बीमारियां लग जांदियां, क्योंकि साडा संसारियां नाल ही वाह पैना। संसारी लोड़ तो साडे कोले आउणा है। तो मैं हसन लग गया, मैं बाबा जी तुहाडा भी संसारियां बिना जी नहीं लगदा, तां ही आउंदे ना। हसन लग गया कि काफ़ी देर हो गई आउंदे जांदे। मैं तुहाडा भी संसारियां बिना जी नहीं लगदा, तां ही आउंदे ने ना। सो कहण दा की भाव है भी एक दूजे का असर पैंदा एक दूजे ते। हाँ क्योंकि असर पैंदा ते तां ही सरकार के 2 फुट की दूरी 6 फुट की दूरी रखो जी, एक दूर हो थोड़ा जिहा तां जो असीं उन्हां दे वेव्स तो थोड़ा जिहा बच के सकी। सो गुरु महाराज कहते यह सतगुर तह सत संगत बनाई,
ਜਿੱਥੇ ਗੁਰੂ ਮਹਾਰਾਜ ਹੋਣਗੇ ਉੱਥੇ ਸਤਸੰਗਤ ਵੀ ਹੋਵੇਗੀ। ਜੈ ਸਤਿਗੁਰ ਸਹਿਜੇ ਹਰ ਗੁਣ ਗਾਈ, ਜਿੱਥੇ ਗੁਰੂ ਮਹਾਰਾਜ ਹੋਣਗੇ ਤੇ ਉੱਥੇ ਸਹਿਜ ਸਬਾਈ ਲੋਕ ਗੁਣ ਗਾਉਣਗੇ ਰੱਬ ਦੇ। ਜਿਹੜਾ ਆਊਗਾ ਸਾਧੂ ਦੇ ਨਾਮ ਹੀ ਜਪਾਣਾ, ਉਹਨਾਂ ਸੰਸਾਰਕ ਗੱਲਾਂ ਤਾਂ ਕਰਨੀਆਂ ਕੋਈ ਨਹੀਂ। ਸਭ ਥੇੜੀ ਸਾਹਿਬ ਵਾਲੇ ਕਈ ਵਾਰੀ ਕਹਿੰਦਾ ਮੈਂ ਜਾਣਾ ਉਹ ਮਹਾਂਪੁਰਖਾਂ ਨਾਲ ਸੰਸਾਰਕ ਗੱਲਾਂ ਕਰ ਰਹੇ ਹੋਣਾ। ਮੈਨੂੰ ਬੜਾ ਅਜੀਬ ਲੱਗਣਾ ਵੀ ਤੁਸੀਂ ਸਾਧੂ ਕੋਲ ਰਹਿੰਦੇ ਹੋ, ਤੁਸੀਂ ਸਾਧੂ ਤੋਂ ਫਾਇਦਾ ਹੀ ਉਠਾ ਰਹੇ ਹੋ, ਤੁਸੀਂ ਸੰਸਾਰੀ ਗੱਲਾਂ ਕਰਦੇ ਰਹਿੰਦੇ ਹੋ ਕੋਲ। ਹੁਣ ਮੈਂ ਕਈ ਵਾਰ ਉਹ ਕਹਿ ਸਾਨੂੰ ਤਾਂ ਆਦਤ ਪੈ ਗਈ ਜੀ ਬਾਬਾ ਜੀ ਉਹਨਾਂ ਨੂੰ ਉਸ ਤਰ੍ਹਾਂ ਸੰਸਾਰੀ ਗੱਲਾਂ ਹੈ, ਇਹ ਤਾਂ ਪੂਰੇ ਨੇ, ਮੈਂ ਇਹ ਤਾਂ ਪੂਰੇ ਨੇ, ਇਹਨਾਂ ਨੂੰ ਤਾਂ ਕੋਈ ਫਰਕ ਨਹੀਂ ਪੈਣਾ, ਅਤੇ ਤੁਸੀਂ ਇਹਨਾਂ ਦੇ ਕੋਲ ਰਹਿੰਦੇ ਹੋ ਅਤੇ ਤੁਸੀਂ ਸੰਸਾਰਿਕ ਗੱਲਾਂ ਹੀ ਹੂੰ ਕਰਕੇ ਟਾਈਮ ਲਗਾਤਾ। ਤੁਸੀਂ ਤਾਂ ਲਾਭ ਵੀ ਕੋਈ ਨਹੀਂ ਉਠਾਉਂਦੇ ਕੋਲ ਰਹਿ ਕੇ। ਸਾਧੂ ਕੋਲ ਜਾ ਕੇ ਸੰਸਾਰਿਕ ਗੱਲਾਂ ਪਤਾ ਕਿ ਮਾਰਨ ਦਾ ਕਿਆ ਫਾਇਦਾ। ਕੋਈ ਰੱਬ ਦੀ ਗੱਲ ਪੁੱਛੋ, ਕੋਈ ਢੰਗ ਤਰੀਕਾ ਪੁੱਛੋ। ਹੁਣ ਕੀ ਸੀ, ਜਦੋਂ ਸੰਗਤ ਨੂੰ ਪਤਾ ਲੱਗਦਾ ਸੀ ਵੀ ਪਟਿਆਲੇ ਵਾਲੇ ਆ ਗਏ ਨੇ, ਕਈ ਸਾਡੇ ਨਾਲ ਹੀ ਅੰਦਰ ਵੜ ਜਾਂਦੇ ਸਨ ਵੀ ਬਾਬਾ ਜੀ ਨਾਲ ਰੱਬ ਦੀਆਂ ਗੱਲਾਂ ਕਰਨਗੇ, ਵੀ ਸੰਸਾਰ ਗੱਲਾਂ ਪੁੱਛਦੇ ਹੀ ਨਹੀਂ ਹੈਗੇ ਵੀ ਬਾਬਾ ਇਹ ਕਥਾ ਕਹਾਣੀ ਸੁਣਾਉਣੀ ਮਹਾਂਪੁਰਖਾਂ ਨੇ, ਆਪਾਂ ਵੀ ਕੋਈ ਫਾਇਦਾ ਉਠਾ ਲਓ। ਉਹ ਵੀ ਨਾਲ ਹੀ ਬਹਿਦੇ ਸਨ। ਅਤੇ ਮਹਾਂਪੁਰਖ ਕਦੇ ਕੋਈ ਕਥਾ ਸੁਣਾਤੀ, ਕਦੇ ਕੋਈ ਕਥਾ ਸੁਣਾਤੀ, ਕਿਸੇ ਕਦੇ ਸਰ ਵੀ ਇਹ ਥੋੜ੍ਹੇ ਵੈਸੇ ਸਾਧੂ ਉਹਨਾਂ ਗੱਲਾਂ ਮਾਰੀ ਜੀ, ਉਹਨਾਂ ਦਾ ਟਾਈਮ ਖਰਾਬ ਕਰੀ। ਸਾਡਾ ਤਾਂ ਕੋਈ ਨਹੀਂ ਵਿਗੜਦਾ, ਆਲੇ ਦਾ ਟਾਈਮ ਖਰਾਬ ਹੁੰਦਾ, ਕੀਮਤੀ ਸਮਾਂ ਹੁੰਦਾ, ਖਿਆਲ ਰੱਖਣਾ। ਸਾਧੂ ਦਾ ਸਮਾਂ ਬਹੁਤ ਕੀਮਤੀ ਹੁੰਦਾ ਹੈ। ਜਾਓ ਆਪਣਾ ਕੋਈ ਖਾਸ ਜਿਹੜੀ ਗੱਲ ਪੁੱਛਣੀ ਹੈ ਪੁੱਛੋ, ਕੋਈ ਜਿਹੜਾ ਹੈ ਨਾਮ ਕਿਵੇਂ ਜਪਣਾ ਹੈ ਉਹਦਾ ਕੋਈ ਢੰਗ ਤਰੀਕਾ ਪੁੱਛਣਾ ਹੈ, ਨਾਮ ਦਾ ਕੋਈ ਕੀ ਲਾਭ ਹੁੰਦਾ ਜੀ, ਕੀ ਕੁਛ ਕਰਨਾ ਹੈ, ਇਹੋ ਜਿਹੀਆਂ ਚੀਜ਼ਾਂ ਸਾਧੂ ਕੋਲ ਜਾ ਕੇ ਪੁੱਛੀ ਦੀਆਂ। ਅਗਰ ਤੁਹਾਨੂੰ ਕੋਈ ਤਜਰਬਾ ਹੋ ਗਿਆ ਤੁਸੀਂ ਸਾਧੂ ਨਾਲ ਸਾਂਝਾ ਕਰਨਾ, ਲੋਕਾਂ ਨਾਲ ਨਹੀਂ ਕਰਨਾ। ਲੋਕ ਤਾਂ ਮਖੌਲ ਕਰਨਗੇ, ਲੋਕ ਤਾਂ ਕਹਿਣਗੇ ਇਹ ਤਾਂ ਪਾਗਲ ਹੈ। ਲੋਕਾਂ ਨਾਲ ਨਹੀਂ, ਇਹ ਤਾਂ ਇਹੋ ਜਿਹੇ ਅੰਦਰ ਤੁਹਾਨੂੰ ਕੋਈ ਦਿਸ ਗਿਆ ਅਚਾਨਕ ਦਾ ਤਾਂ ਕਿਰਪਾ ਹੋ ਗਈ, ਤੁਹਾਨੂੰ ਕੋਈ ਦ੍ਰਿਸ਼ ਦਿਸ ਗਿਆ ਹੈ, ਲੋਕਾਂ ਨਾਲ ਸਾਂਝਾ ਕਰਨ ਦਾ ਕੋਈ ਫਾਇਦਾ ਨਹੀਂ। ਉਹ ਮੁੜ ਕੇ ਨਹੀਂ ਦਿਸਣਾ, ਉਹ ਦ੍ਰਿਸ਼ ਮੁੜ ਕੇ ਨਹੀਂ ਤੁਹਾਨੂੰ ਦਿਸਣਾ। ਫਿਰ ਤੁਹਾਨੂੰ ਅਫਸੋਸ ਹੋਏਗਾ ਵੀ ਯਾਰ ਉਹ ਗੱਲ ਨਹੀਂ ਬਣਦੀ, ਕਿਉਂਕਿ ਅਸੀਂ ਉਹਨਾਂ ਲੋਕਾਂ ਨੂੰ ਦੱਸਿਆ ਜਿਨ੍ਹਾਂ ਨੂੰ ਉਸ ਦੀ ਕੀਮਤ ਹੀ ਨਹੀਂ ਪਤਾ, ਜਿਨ੍ਹਾਂ ਨੂੰ ਉਹਦਾ ਪਤਾ ਹੀ ਨਹੀਂ ਹੈ। ਸਾਧੂ ਨਾਲ ਗੱਲ ਕਰੋ ਕਿ ਹਾਂ ਭਾਈ ਲੱਗਾ ਰਹਿ, ਸ਼ਾਬਾਸ਼ ਤੂੰ ਹੁਣ ਇੱਥੇ ਪਹੁੰਚ ਗਿਆ, ਇਹਦੋਂ ਅੱਗੇ ਆ ਹੋਊਗਾ, ਇਹਦੋਂ ਅੱਗੇ ਆ ਹੋਊਗਾ, ਇਹਦੋਂ ਅੱਗੇ ਆ ਹੋਊਗਾ, ਆ ਹੋਊਗਾ, ਤਾਂ ਜੋ ਤੈਨੂੰ ਸਾਡੇ ਕੋਲ ਵਾਰੀ ਵਾਰੀ ਨਾ ਪੁੱਛਣਾ ਨਾ ਪਵੇ ਵੀ ਭਜਨ ਬੰਦਗੀ ਕਰਨ ਵਾਲੇ ਦੀ ਆਹ ਸਟੇਜ ਹੁੰਦੀ ਹੈ, ਫਿਰ ਆਹ ਆਉਂਦੀ ਹੈ, ਫਿਰ ਆਹ ਆਉਂਦੀ ਹੈ, ਫਿਰ ਆਹ ਆਉਂਦੀ ਹੈ, ਫਿਰ ਆਹ ਆਉਂਦੀ ਹੈ। ਇੱਥੇ ਜਾ ਕੇ ਫਿਰ ਗੱਲ ਬਣਨੀ ਸ਼ੁਰੂ ਹੋ ਜਾਂਦੀ, ਫਿਰ ਸਾਰਾ ਸਮਝਾਉਂਦੇ ਨੇ, ਬੰਦਾ ਫਿਰ ਲੱਗਾ ਰਹਿੰਦਾ। ਨਹੀਂ ਤਾਂ ਜੇ ਨਹੀਂ ਗਾਈਡ ਕਰਨ ਵਾਲਾ ਉਹਨੂੰ ਪਤਾ ਹੀ ਨਹੀਂ ਕੋਈ ਲੱਗਦਾ। ਸ਼ੁਰੂ ਮੇਰੀ ਬਦਕਿਸਮਤੀ ਇਹੀ ਰਹੀ, ਮੈਂ ਪਹਿਲੇ ਸਰਵਿਸ ਕਰਦਾ, ਮੈਨੂੰ ਗਾਈਡ ਕਰਨ ਵਾਲੀ ਨਹੀਂ ਸੀ ਕੋਈ। ਮੈਨੂੰ ਬੜਾ ਕੁਝ ਦਿਸਦਾ ਸੀ, ਬੜਾ ਕੁਛ ਅਨੁਭਵ ਹੋਣ ਲੱਗਿਆ ਸੀ, ਪਰ ਹੈ ਹੀ ਨਹੀਂ ਸੀ ਕੋਈ ਜਿਹੜਾ ਮੈਨੂੰ ਅੱਗੇ ਗਾਈਡ ਕਰ ਸਕਦਾ ਕਿ ਹਾਂਜੀ ਹੁਣ ਤੁਸੀਂ ਆਹ ਕਰੋ, ਹੁਣ ਤੁਸੀਂ ਆਹ ਕਰੋ। ਸੋ ਇਸ ਲਈ ਜਦੋਂ ਫਿਰ ਸਾਧੂਆਂ ਨਾਲ ਮੇਲ ਹੋਣਾ ਸ਼ੁਰੂ ਹੋ ਗਿਆ, ਫਿਰ ਗੱਲ ਜਾ ਕੇ ਬਣਨੀ ਸ਼ੁਰੂ ਹੋਈ, ਕਿਉਂ ਦੂਜਾ ਦੱਸ ਹੀ ਕੁਛ ਨਹੀਂ ਸਕਦਾ। ਸਾਧੂ ਹੀ ਤੁਹਾਨੂੰ ਦੱਸ ਸਕਦੇ ਨੇ ਜੋ ਤੁਹਾਨੂੰ ਦੱਸਿਆ, ਜੋ ਤੁਹਾਨੂੰ ਅਨੁਭਵ ਹੋਇਆ ਭਾਈ ਹਾਂ ਅੱਗੇ ਆਹ ਹੋਊਗਾ, ਲੱਗੇ ਰਹੋ, ਸ਼ਾਬਾਸ਼ ਲੱਗੇ ਰਹੋ। ਸੋ ਜਿੱਥੇ ਫਿਰ ਸਾਧੂ ਕਦੇ ਹੁੰਦੇ ਨਾ ਉੱਥੇ ਸਤ ਸੰਗਤ ਤਾਂ ਫਿਰ ਹੁੰਦੀ ਹੀ ਹੁੰਦੀ ਹੈ। ਜਿੱਥੇ ਸਾਧੂ ਹੋਣਗੇ ਜਹ ਸਤਿਗੁਰ ਸਹਿਜੇ ਹਰ ਗੁਣ ਗਾਈ, ਉੱਥੇ ਸਹਿਜ ਸਬਾਈ ਫਿਰ ਜੀ ਪਰਮਾਤਮਾ ਗੁਣ ਗਾਉਂਦਾ ਹੈ। ਜੈ ਸਤਿਗੁਰ ਤਹਾਂ ਹਉਮੈ ਸ਼ਬਦ ਜਲਾਈ, ਜਿੱਥੇ ਗੁਰੂ ਮਹਾਰਾਜ ਵਸਦੇ ਨੇ ਉੱਥੇ ਕਹਿੰਦੇ ਮਨੁੱਖ ਨਾਮ ਜਪ ਜਪ ਕੇ ਆਪਣੇ ਅੰਦਰੋਂ ਹਉਮੈ ਸਾੜ ਲੈਂਦਾ। ਕਿ ਸਾਧੂ ਨੇ ਨਾਮ ਜਪਾਣਾ, ਉਹਨਾਂ ਨੂੰ ਪਤਾ ਵੀ ਹਉਮੈ ਉਂਝ ਨਹੀਂ ਖਤਮ ਹੁੰਦੀ। ਸਾਧੂ ਮਹਾਤਮਾ ਗੁਰੂ ਮਹਾਰਾਜ ਨੇ ਸਾਡੇ ਤੋਂ ਨਾਮ ਜਪਾ ਕੇ ਸਾਡੇ ਅੰਦਰੋਂ ਹਉਮੈ ਖਤਮ ਕਰਨੀ। ਇੱਕ ਸਾਨੂੰ ਉਹਨਾਂ ਨੇ ਸਮਝਾਉਣਾ ਬਾਣੀ ਰਾਹੀਂ ਕਿ ਭਾਈ ਤੁਸੀਂ ਜਦੋਂ ਬਾਣੀ ਪੜ੍ਹਦੇ ਹੋ ਉਹ 'ਚ ਥਾਂ ਹੈ ਕਿ ਜੋ ਕੁਛ ਤੁਹਾਡੇ ਕੋਲ ਹੈ ਸਭ ਪਰਮਾਤਮਾ ਨੇ ਦਿੱਤਾ ਹੋਇਆ ਹੈ। ਇਸ ਲਈ ਭਾਈ ਜਦੋਂ ਪਰਮਾਤਮਾ ਨੇ ਦਿੱਤਾ ਕਾਹਦਾ ਹੰਕਾਰ ਕਰਨਾ, ਕਾਹਦੀ ਹਉਮੈ ਕਰਨੀ। ਨਾਲ ਸਮਝਾਉਂਦੇ ਰਹਿੰਦੇ ਨੇ, ਨਾਲ ਨਾਮ ਜਪਾਉਂਦੇ ਰਹਿੰਦੇ ਨੇ, ਹੌਲੀ 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 ਅੰਦਰੋਂ ਹਉਮੈ ਘਟਦੀ ਜਾਂਦੀ ਹੈ, ਨਾਮ ਵੱਧਦਾ ਜਾਂਦਾ ਹੈ। ਇੱਕ ਦਿਨ ਆਉਂਦਾ ਹੈ ਜਦੋਂ ਹਉਮੈ ਸੁਭਾਅ 'ਚ ਨੇ ਨਾਮ ਪ੍ਰਵੇਸ਼ ਕਰ ਜਾਂਦਾ।
ਗੁਰਮੁਖ ਸੇਵਾ ਮਹਿਲੀ ਪਾਏ ਥਾਂ ਪਾਏ। ਗੁਰੂ ਰਾਹੀਂ ਜਦੋਂ ਮਨੁੱਖ ਸੇਵਾ ਕਰਦਾ, ਸਿਮਰਨ ਕਰਦਾ ਹੈ, ਉਹਨੂੰ ਪਰਮਾਤਮਾ ਦੇ ਮਹਿਲ ਵਿੱਚ ਫਿਰ ਥਾਂ ਮਿਲਦੀ ਹੈ। ਗੁਰਮੁਖ ਬਣਦਾ ਜਦੋਂ ਬੰਦਾ, ਗੁਰਮੁਖ ਇਹਨੂੰ ਜਿਹੜਾ ਗੁਰੂ ਦੇ ਆਖੇ ਲੱਗਦਾ, ਜਿਹੜਾ ਗੁਰੂ ਦੇ ਆਖੇ ਲੱਗ ਕੇ ਫਿਰ ਸੇਵਾ ਕਰਦਾ, ਸਿਮਰਨ ਕਰਦਾ, ਫਿਰ ਉਹਨੂੰ ਪਰਮਾਤਮਾ ਦੀ ਦਰਗਾਹ, ਪਰਮਾਤਮਾ ਦੇ ਮਹਿਲ ਵਿੱਚ ਫਿਰ ਥਾਂ ਮਿਲਦੀ ਹੈ। ਗੁਰਮੁਖ ਅੰਤਰ ਹਰ ਨਾਮ ਵਸਾਏ। ਗੁਰੂ ਦੇ ਰਾਹੀਂ ਫਿਰ ਪਰਮਾਤਮਾ ਦਾ ਨਾਮ ਹਿਰਦੇ 'ਚ ਵਸ ਜਾਂਦਾ ਹੈ, ਕਿ ਗੁਰੂ ਬਾਰੇ ਕਿਰਪਾ ਨਾਲ ਜਪਾਈ ਜਾਂਦੇ, ਜਪਾਈ ਜਾਂਦੇ, ਜਪਾਈ ਜਾਂਦੇ, ਹੌਲੀ ਹੌਲੀ ਪਰਮਾਤਮਾ ਦਾ ਨਾਮ ਹਿਰਦੇ 'ਚ ਵਸ ਜਾਂਦਾ ਹੈ। ਗੁਰਮੁਖ ਭਗਤ ਹਰ ਨਾਮ ਸਮਾਏ। ਗੁਰੂ ਦੇ ਰਾਹੀਂ ਜਦੋਂ ਮਨੁੱਖ ਭਗਤੀ ਕਰਦਾ, ਭਗਤੀ ਕਰਦਾ 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 ਉਹ ਹਰੀ ਦੇ ਨਾਮ ਦੇ ਵਿੱਚ ਹੀ ਲੀਨ ਹੋ ਜਾਂਦਾ ਹੈ। ਆਪੇ ਦਾਤ ਕਰੇ ਦਾਤਾਰ। ਪਰਮਾਤਮਾ ਹੈਗਾ ਦਾਤਾਰ। ਉਹ ਕਾਹਦੀ ਦਾਤ ਦਿੰਦਾ? ਪਰਮਾਤਮਾ ਜਿਸ 'ਤੇ ਬਹੁਤ ਜ਼ਿਆਦਾ ਖੁਸ਼ ਹੁੰਦਾ ਉਹਨੂੰ ਨਾਮ ਦੀ ਦਾਤ ਦਿੰਦਾ। ਦੂਜੇ ਜਿਹੜਾ ਸੰਸਾਰ 'ਚ ਇਹ ਦਿੰਦਾ ਰਹਿੰਦਾ, ਚਲੋ ਤੇ ਧਿਆਨ ਲੱਗੇ ਰਹੋ ਉਧਰ। ਜਿਸ 'ਤੇ ਬਹੁਤ ਖੁਸ਼ ਹੁੰਦਾ ਉਹਨੂੰ ਫਿਰ ਨਾਮ ਦੀ ਦਾਤ ਦਿੰਦਾ। ਆਪੇ ਦਾਤ ਕਰੇ ਦਾਤਾਰ। ਫਿਰ ਜਦੋਂ ਪਰਮਾਤਮਾ ਨਾਮ ਦੀ ਦਾਤ ਦਿੰਦਾ ਨਾ, ਪੂਰੇ ਸਤਿਗੁਰ ਤੋਂ ਲੱਗਾ ਪਿਆਰ, ਫਿਰ ਗੁਰੂ ਨਾਲ ਪਿਆਰ ਪੈਦਾ ਹੋ ਜਾਂਦਾ ਹੈ। ਫਿਰ ਪਿਆਰ ਸਾਡਾ ਗੁਰੂ ਨਾਲ ਪੈਦਾ ਹੁੰਦਾ ਹੈ। ਜਦੋਂ ਪਰਮਾਤਮਾ ਨਾਲ ਪਿਆਰ, ਗੁਰੂ ਨਾਲ ਪਿਆਰ ਹੁੰਦਾ, ਨਾਨਕ ਨਾਮ ਰਤੇ ਤਿਨ ਕੋ ਜੈ ਕੌਰ। ਉਹ ਫਿਰ ਨਾਮ ਨਾਲ ਰੰਗੇ ਜਾਂਦੇ ਹਨ ਅਤੇ ਉਹਨਾਂ ਦੀ ਫਿਰ ਥਾਂ ਥਾਂ 'ਤੇ ਜੈ ਜੈਕਾਰ ਹੁੰਦੀ ਹੈ। ਲੋਕ ਪਰਲੋਚਨ ਦੀ ਜੈ ਜੈਕਾਰ ਹੁੰਦੀ ਹੈ। ਸਤਿਕਾਰਯੋਗ ਸਾਧ ਸੰਗਤ, ਸਮਾਂ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।